Guru 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 गुरु जी दी साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु सहबानां ने, भगतां ने, गुरसिखां ने, सतगुरु गुरु नानक पातशाह ने जो उपदेश आपां नूं बख्शिश कीता है, सानूं समझाउंदे भी साडा सारिआं दा जो मूल है, साडा माता पिता है निरंकार एक परमात्मा। और उस एक परमात्मा वाहिगुरू दे नाल जद तक असीं मिलाप नहीं करते, उहदे नाल साडी प्रीत नहीं पैंदी, फिर उन्ना समा असीं आपदे जीवन का जो लाहा है वो लाहा नहीं कट सकते। साडे अंदरों दुविधा नहीं जाती, बैर विरोध नहीं जाता। इसलिए महाराज कहते भी जे तो साडी प्रीत एक नाल पएगी परमात्मा दे नाल, फिर तो साडे अंदरों ये दुविधा खत्म होएगी। नहीं तो फिर संसार दे विच बाहरी जीव जो मर्जी करी जावे, चाहे वो जेड़े केस बहुत लम्मे कर लवे, जटां रख लवे, इत्थे रख लवे, इत्थे कर दो वाहिगुरू चक के। हाँ जी, वाहिगुरू वाहिगुरू। वो ला दो बैग, तार ला दो, तार ला दो, ला दो, ला दो, खिच दो, इत्थे रख दो उपर। वाह, इधर उपर वाहिगुरू वाहिगुरू वाहिगुरू। सतगुरु इसलिए समझाते भी बाहरी
ਜੀਵ ਬੇਸ਼ੱਕ ਵੀ ਕਿੰਨੇ ਲੰਮੇ ਕੇਸ ਕਰ ਲਏ, ਜਟਾਂ ਬੰਨ੍ਹ ਲਈ, ਚਾਹੇ ਉਹ ਬਿਲਕੁਲ ਕੇਸ ਕਟਾ ਦੇਵੇ ਤੇ ਬਿਲਕੁਲ ਉਹ ਘਰੜ ਕਰਾ ਲਵੇ, ਪਰ ਦਬਦਾ ਉਹਦੇ ਅੰਦਰੋਂ ਫੇਰ ਜਾਣੀ ਜੇ ਉਹ ਇੱਕ ਨਾਲ ਜੁੜੇਗਾ ਪਰਮਾਤਮਾ ਦੇ ਨਾਲ। ਸਤਿਗੁਰੂ ਫਰਮਾਉਂਦੇ, ਕਬੀਰ ਪ੍ਰੀਤ ਏਕ ਸਿਉ ਕੀਏ, ਆਣ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰੜ ਮੁੰਡਾਈ। ਵੀ ਜੇ ਤਾਂ ਇੱਕ ਨਾਲ ਵਾਹਿਗੁਰੂ ਨਾਲ ਪ੍ਰੀਤ ਹੋਏਗੀ ਤੇ ਅੰਦਰੋਂ ਦੁਬਦਾ ਜਾਏਗੀ, ਤੇ ਨਹੀਂ ਤਾਂ ਫਿਰ ਬਾਹਰੀ ਦੁਬਦਾ ਹੀ ਪੈਣੀ, ਚਾਹੇ ਉਹ ਜੀਵ ਕਿੰਨਾ ਬਾਹਰ ਸੰਸਾਰ 'ਚ ਜਾ ਕੇ ਜੰਗਲਾਂ 'ਚ ਚਲਾ ਜਾਵੇ, ਕਿੰਨੀਆਂ ਉਹ ਜਟਾਂ ਵਧਾ ਲਵੇ ਜਾਂ ਉਹ ਕੇਸ ਕਟਾ ਲਵੇ, ਫਿਰ ਉਹਦੇ ਨਾਲ ਜੀਵ ਦੇ ਅੰਦਰੋਂ ਦੁਬਦਾ ਨਹੀਂ ਜਾਂਦੀ। ਹੁਣ ਮਹਾਰਾਜ ਕਹਿੰਦੇ ਵੀ ਜਦ ਤੱਕ ਜੀਵ ਦੇ ਅੰਦਰ ਇਹ ਦੁਬਦਾ ਹੈ, ਤੇ ਇਹ ਦੁਬਦਾ ਕਰਕੇ ਅਸੀਂ ਵਾਰ-ਵਾਰ ਆਕਾਰਾਂ ਜਦ ਤੱਕ ਸਤ ਸੰਗਤ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਗੁਰੂ ਦੀ ਮੱਤ ਨਹੀਂ ਧਾਰਨ ਕਰਦਾ, ਆਪਦੀ ਮੱਤ ਵਰਤਦਾ, ਉਹਦੇ ਅੰਦਰੋਂ ਫਿਰ ਦੁਬਦਾ ਨਹੀਂ ਜਾਂਦੀ ਆਪਦੀ ਮੱਤ ਦੁਆਰ। ਇਸ ਵਾਸਤੇ ਸਮਝਾਉਂਦੇ ਵੀ ਜਿਨ੍ਹਾਂ ਗੁਰਮੁਖਾਂ ਨੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਮੱਤ ਲਈ, ਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਦੁਬਦਾ ਸੀ ਜਿਹੜੀ ਉਹ ਦੁਬਦਾ ਮਾਰ ਦਿੱਤੀ। ਫਿਰ ਉਹ ਇੱਕ ਦੀ ਵਿਚਾਰ ਕਰਦੇ, ਫਿਰ ਉਹ ਬ੍ਰਹਮ ਦੀ ਵਿਚਾਰ ਕਰਦੇ, ਸੱਚ ਦੀ ਨਾਮ ਦੀ ਕਰਦੇ। ਮਾਰੇ ਫਰਮਾਉਂਦੇ, ਗੁਰ ਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਬਈ ਜਿਨ੍ਹਾਂ ਦੀ ਗੁਰੂ ਨੇ ਦੁਬਦਾ ਅੰਦਰੋਂ ਮਾਰ ਦਿੱਤੀ, ਫਿਰ ਉਹ ਇੱਕ ਦੀ ਮਾਲਕ ਦੀ ਵਿਚਾਰ ਕਰਦੇ, ਬ੍ਰਹਮ ਦੀ ਵਿਚਾਰ ਕਰਦੇ। ਹੁਣ ਜਿਨ੍ਹਾਂ ਦੇ ਅੰਦਰ ਦੁਬਦਾ, ਫਿਰ ਉਹ ਦੁਬਦਾ ਦੀ ਵਿਚਾਰ ਕਰਦੇ ਦੂਜੇ ਦੀ। ਦੂਜਾ ਕੌਣ ਹੈ? ਦੂਜੀ ਹੈ ਮਾਇਆ। ਫਿਰ ਉਹ ਮਾਇਆ ਦੀ ਉਸਤਤ ਕਰਦੇ, ਫਿਰ ਉਹ ਮਾਇਆ ਦੀਆਂ ਵਿਚਾਰਾਂ ਕਰਦੇ ਸੰਸਾਰ ਦੀ। ਹੁਣ ਇਹ ਮਾਇਆ ਦੀਆਂ ਜਿਹੜੀਆਂ ਵਿਚਾਰਾਂ ਤ੍ਰੈ ਗੁਣਾਂ ਦੀਆਂ, ਫਿਰ ਇਹਨਾਂ ਦੇ ਵਿੱਚ ਭਰਮ ਹੀ ਭਰਮ, ਤ੍ਰੈ ਗੁਣ ਭਰਮ ਭੁਲਾਈ। ਵੀ ਜਿਹੜੇ ਤ੍ਰੈ ਗੁਣਾਂ ਦੇ ਵਿੱਚ ਭਰਮ ਹੀ ਭਰਮ ਹੈ, ਕਿਸੇ ਨਾ ਕਿਸੇ ਭਰਮ ਦੇ ਵਿੱਚ ਜੀਵਾਂ ਨੂੰ ਇਹਨਾਂ ਨੇ ਭੁਲਾ ਕੇ ਹੀ ਰੱਖਣਾ, ਭਰਮ ਦੇ ਵਿੱਚ ਹੀ ਰੱਖਣਾ। ਔਰ ਸਤਿਗੁਰੂ ਕਹਿੰਦੇ ਵੀ ਭਰਮ ਦੇ ਵਿੱਚ ਦੁਬਦਾ ਹੈ, ਭਰਮ ਦੇ ਵਿੱਚ ਹੀ ਵੈਰ ਵਿਰੋਧ ਹੈ। ਹੁਣ ਤੁਸੀਂ ਇਹ ਭਰਮ ਤੋਂ ਬਾਹਰ ਨਿਕਲੋ, ਇਹ ਦੁਬਦਾ ਤੋਂ ਉੱਪਰ ਉੱਠ। ਹੁਣ ਉਹਦੇ ਵਾਸਤੇ ਫਿਰ ਇਹ ਸਤ ਸੰਗਤ, ਸਤਿਗੁਰ ਦਾ ਸਕੂਲ। ਜਦੋਂ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ, ਫਿਰ ਸਤਿਗੁਰੂ ਸਾਨੂੰ ਭੇਜ ਦਿੰਦੇ ਬਈ ਇਹ ਦੁਬਦਾ ਕੀ ਹੈ ਤੇ ਕਿਵੇਂ ਅਸੀਂ ਦੁਬਦਾ ਦੇ ਵਿੱਚ ਪਏ ਹੋਏ ਦੁਖੀ ਹੋ ਰਹੇ। ਦੁਰਮਤ ਦੀ ਅਗਨ ਜੀਵਾਂ ਨੂੰ ਅੰਦਰੋਂ ਸਾੜ ਰਹੀ ਹੈ ਤੇ ਉਹ ਦੁਖੀ ਹੋ ਰਹੇ, ਦਿਨ ਰਾਤ ਉਹਨਾਂ ਦਾ ਮਨ ਸ਼ਾਂਤ। ਔਰ ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਬ੍ਰਹਮ ਦਾ ਗਿਆਨ ਦਿੱਤਾ ਜਾਂਦਾ ਵੀ ਤਾਂ ਕਿ ਜਿਹੜੇ ਸਾਡੇ ਮਨ ਸ਼ਾਂਤ ਨੇ, ਦੁਖੀ ਨੇ, ਇਹ ਸਾਡੇ ਮਨ ਸੀਤਲ ਹੋ ਜਾਣ, ਸਾਡੇ ਮਨ ਠੰਡੇ ਹੋ ਜਾਣ। ਉਹਦੇ ਵਾਸਤੇ ਫਿਰ ਇਹ ਬ੍ਰਹਮ ਵਿਦਿਆ ਸਤ ਸੰਗਤ। ਸਤਿਗੁਰੂ ਸਮਝਾਉਂਦੇ ਵੀ ਜਿਨ੍ਹਾਂ ਨੂੰ ਫਿਰ ਇਹ ਬ੍ਰਹਮ ਦਾ ਗਿਆਨ ਹੋ ਗਿਆ, ਜਿਨ੍ਹਾਂ ਨੇ ਬ੍ਰਹਮ ਦੀ ਵਿਦਿਆ ਲੈ ਲਈ, ਉਹਨਾਂ ਗੁਰਮੁਖਾਂ ਦਾ ਜਿਹੜਾ ਮਨ ਉਹ ਠੰਡਾ ਹੋ ਜਾਂਦਾ, ਉਹ ਸੀਤਲ ਹੋ ਜਾਂਦਾ। ਫਰਮਾਉਂਦੇ ਨੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਵੀ ਜਿਸ ਦੁਰਮਤ ਦੀ ਅਗਨ 'ਚ ਸਾਰਾ ਜਗਤ ਜਲ ਰਿਹਾ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ,
ਉਹਨਾਂ ਨੂੰ ਇਹ ਅਗਨ ਪਾਣੀ ਵਰਗੀ ਠੰਡੀ ਲੱਗਦੀ, ਉਹਨਾਂ ਨੂੰ ਨਹੀਂ ਸੜ ਸਕਦੀ, ਉਹਨਾਂ ਦਾ ਮਨ ਨਹੀਂ ਅਸ਼ਾਂਤ ਹੁੰਦਾ, ਨਹੀਂ ਦੁਖੀ ਹੁੰਦਾ। ਹੁਣ ਜੇ ਅੱਜ ਸਾਡੇ ਮਨ ਦੁਖੀ ਨੇ, ਅਸ਼ਾਂਤ ਨੇ, ਸਾਡੇ ਮਨ ਜੇ ਹੁਣ ਅੱਜ ਦੁਵਿਧਾ ਦੇ ਵਿੱਚ ਨੇ, ਇਸ ਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਹੀ ਦੱਸ ਰਿਹਾ ਵੀ ਜੋ ਅਸੀਂ ਗੁਰੂ ਘਰ ਆ ਕੇ ਸੋਝੀ ਲੈਣੀ ਸੀ ਸਤਿਗੁਰਾਂ ਤੋਂ, ਉਹ ਅਸੀਂ ਸੋਝੀ ਨਹੀਂ ਲਈ। ਜੋ ਅਸੀਂ ਗੁਰੂ ਘਰ ਆ ਕੇ ਗਿਆਨ ਲੈਣਾ ਸੀ, ਜੋ ਅਸੀਂ ਸਿੱਖਿਆ ਲੈਣੀ ਸੀ, ਉਹ ਅਸੀਂ ਸਿੱਖਿਆ ਨਾ ਲੈਣ ਕਰਕੇ ਹੀ ਸਾਡੇ ਮਨ ਨੇ ਜਿਹੜੇ ਉਹ ਅਸ਼ਾਂਤ ਨੇ, ਸਾਡੇ ਮਨ ਦੁਖੀ ਨੇ। ਔਰ ਸੰਸਾਰ ਦੇ ਵਿੱਚ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ, ਜੋ ਅਸੀਂ ਮਰਜ਼ੀ ਕਰ ਲਈਏ, ਸਾਡੇ ਮਨ ਨੂੰ ਇਹਦੇ ਵਿੱਚੋਂ ਸੁੱਖ ਨਹੀਂ ਮਿਲਦਾ। ਚਾਹੇ ਅਸੀਂ 4 ਦਿਸ਼ਾਵਾਂ ਵੱਲ, 10 ਦਿਸ਼ਾਵਾਂ ਵੱਲ ਭੱਜ ਭੱਜ ਕੇ ਹਾਰ ਕੇ ਥੱਕ ਜਾਈਏ, ਫਿਰ ਜਦੋਂ ਸਾਡੇ ਮਨ ਨੂੰ ਨਹੀਂ ਸੁੱਖ ਮਿਲਦਾ, ਨਹੀਂ ਸ਼ਾਂਤੀ ਆਉਂਦੀ, ਫਿਰ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਸਤ ਸੰਗਤ ਦੇ ਵਿੱਚ ਆਉਂਦੇ ਹਾਂ ਵੀ ਅਸੀਂ ਥੱਕ ਗਏ ਕਰਮ ਕਰ ਕਰਕੇ, ਭੱਜ ਭੱਜ ਕੇ, ਪਰ ਸਾਡੇ ਮਨ ਨੂੰ ਸੁੱਖ ਨਹੀਂ ਮਿਲਿਆ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ ਕਿਤੇ। ਫਿਰ ਇਸ ਅਵਸਥਾ ਦੇ ਵਿੱਚ ਸਾਡਾ ਮਨ ਆਉਂਦਾ ਜਦੋਂ ਫਿਰ ਉਹ ਆ ਕੇ ਬੇਨਤੀ ਕਰਦਾ, ਮਾਰੇ ਫਰਮਾਉਂਦੇ ਕਿਰਤ ਕਰਮ ਕੀ ਵਿਛੜੀ, ਕਰ ਕਿਰਪਾ ਮੇਲੋ ਰਾਮ, 4 ਕੁੰਠ ਦੇ ਦਿਸ ਭਰ ਮਾਏ, ਥਕ ਆਈ ਪ੍ਰਭ ਕੀ ਸ਼ਾਮ। ਬਈ ਮੈਂ ਥੱਕ ਗਿਆ ਭੱਜ ਭੱਜ ਕੇ, ਮੇਰੇ ਮਨ ਨੂੰ ਕਿਤੋਂ ਸੁੱਖ ਨਹੀਂ ਮਿਲਿਆ, ਕਿਤੋਂ ਸ਼ਾਂਤੀ ਨਹੀਂ ਆਈ। ਹੁਣ ਮੈਂ ਸਤਿਗੁਰੂ ਤੁਹਾਡੀ ਸ਼ਰਨ ਦੇ ਵਿੱਚ ਆਇਆ, ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਸੋਝੀ ਦਿਓ, ਮੈਨੂੰ ਮੱਤ ਦਿਓ, ਮੈਨੂੰ ਗਿਆਨ ਦਿਓ ਬਈ ਕਿਵੇਂ ਮੇਰਾ ਜਿਹੜਾ ਉਹ ਸੀਤਲ ਹੋ ਜੇ, ਠੰਡਾ ਹੋ ਜੇ, ਕਿਵੇਂ ਇਹ ਸੰਸਾਰ ਦੇ ਦੁੱਖਾਂ ਤੋਂ ਉੱਪਰ ਉੱਠ ਜੇ। ਹੁਣ ਉਹਦੇ ਵਾਸਤੇ ਫਿਰ ਇਹ ਬ੍ਰਹਮ ਵਿੱਦਿਆ, ਬ੍ਰਹਮ ਦਾ ਗਿਆਨ ਜੋ ਅਸੀਂ ਗੁਰੂ ਘਰ ਆ ਕੇ ਲੈਣ। ਹੁਣ ਬਹੁਤੇ ਜੀਵਾਂ ਨੂੰ ਤਾਂ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਉਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਗੁਰੂ ਘਰ ਲੈਣ ਕੀ ਆਉਣਾ, ਵੀ ਅਸੀਂ ਇੱਥੇ ਆ ਕੇ ਕੀ ਮੰਗਣਾ ਅਤੇ ਕੀ ਅਸੀਂ ਲੈਣਾ, ਇੱਥੇ ਆ ਕੇ ਵੀ ਅਸੀਂ ਕਾਹਦੇ ਵਾਸਤੇ ਆਉਣਾ। ਹੁਣ ਆਪਾਂ ਨੂੰ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਗੁਰੂ ਘਰ ਇਸ ਵਾਸਤੇ ਆਉਣਾ, ਗੁਰੂ ਦੀ ਮੱਤ ਲੈਣ ਵਾਸਤੇ, ਗੁਰੂ ਤੋਂ ਗਿਆਨ ਲੈਣ ਵਾਸਤੇ, ਬਈ ਤਾਂ ਕਿ ਅਸੀਂ ਕਿਵੇਂ ਗੁਰੂ ਦੀ ਮੱਤ ਲੈ ਕੇ ਆਪਦਾ ਜੀਵਨ ਬਤੀਤ ਕਰੀਏ, ਬਈ ਅਸੀਂ ਸੁਖੀ ਹੋ ਜਾਈਏ। ਇਹ ਇੰਨਾ ਤਾਂ ਹੁਣ ਆਪਾਂ ਨੂੰ ਭੇਦ ਆ ਜਾਂਦਾ ਸੰਗਤ ਕਰਕੇ ਵੀ ਸਾਨੂੰ ਜਨਮ ਮਿਲਿਆ ਅਤੇ ਇੱਕ ਦਿਨ ਸਾਡੀ ਮੌਤ ਵੀ ਹੋਣੀ ਹੈ, ਇੱਕ ਦਿਨ ਸਾਡਾ ਸਮਾਂ ਖਤਮ ਹੋਣਾ। ਹੁਣ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ ਆਪਣੇ ਕੋਲ, ਜਿੰਨਾ ਸਮਾਂ ਹੈ, ਬਈ ਉਹ ਸਮਾਂ ਅਸੀਂ ਕਿਵੇਂ ਬਤੀਤ ਕਰੀਏ, ਅਸੀਂ ਕਿਵੇਂ ਆਪਦਾ ਜੀਵਨ ਜਿਹੜਾ ਗੁਰੂ ਦੇ ਆਸ਼ੇ ਮੁਤਾਬਕ ਚਲਾਈਏ, ਵੀ ਤਾਂ ਕਿ ਅਸੀਂ ਇੱਥੇ ਵੀ ਸੁਖੀ ਰਹਿ ਸਕੀਏ, ਸਾਡਾ ਮਨ ਦੁੱਖਾਂ ਦੇ ਵਿੱਚ ਅਸ਼ਾਂਤ ਨਾ ਹੋਵੇ, ਦੁਵਿਧਾ ਦੇ ਵਿੱਚ, ਵੈਰ ਵਿਰੋਧ ਦੇ ਵਿੱਚ ਦੁਖੀ ਨਾ ਹੋਵੇ। ਅਤੇ ਜਦੋਂ ਅਸੀਂ ਇੱਥੋਂ ਜਾਈਏ ਤਾਂ ਅਸੀਂ ਖੁਸ਼ੀ ਖੁਸ਼ੀ ਜਾਈਏ, ਸਾਡੇ ਮਨ ਦੇ ਵਿੱਚ ਕੋਈ ਦੁੱਖ ਨਾ ਹੋਵੇ, ਸਾਨੂੰ ਇੱਥੋਂ ਜਾਣ ਦਾ ਚਾਅ ਹੋਵੇ ਵੀ ਅਸੀਂ ਆਪਦੇ ਘਰ ਚੱਲੇ ਹਾਂ, ਸਦਾ ਵਾਸਤੇ ਮਾਲਕ ਦੀ ਗੋਦ ਦੇ ਵਿੱਚ ਚੱਲੇ ਹਾਂ, ਬਈ ਮੁੜ ਕੇ ਅਸੀਂ ਇਹ ਦੁੱਖਾਂ ਦੇ ਘਰ ਦੇ ਵਿੱਚ ਆਉਣਾ ਨਹੀਂ ਕਦੇ। ਉਹ ਤਾਂ ਹੀ ਹੋ ਸਕੇਗਾ ਜੇ ਅਸੀਂ ਆਪਦਾ ਘਰ ਦੇਖਿਆ ਹੋਏਗਾ ਤਾਂ ਪਹਿਲਾਂ, ਬਈ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਣਾ ਕਿੱਥੇ। ਇਸ ਵਾਸਤੇ ਫਿਰ ਇਹ ਆਪਾਂ ਸਿੱਖਿਆ ਲੈਣ ਵਾਸਤੇ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰੂ ਦੀ ਮੱਤ ਲੈਣ ਵਾਸਤੇ ਆਉਂਦੇ, ਜੀਵਨ ਦੀ ਜਾਚ ਸਿੱਖਣ ਵਾਸਤੇ ਆਉਂਦੇ। ਮਾਰੇ ਫਰਮਾਉਂਦੇ ਮੱਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁਗਤ ਨਹੀਂ। ਬਈ ਜੇ ਸਾਨੂੰ ਜਿਉਣ ਦੀ ਜੁਗਤ ਹੀ ਨਹੀਂ ਆਉਂਦੀ, ਅਸੀਂ ਨਹੀਂ
ਸਿੱਖਿਆ ਤੇ ਫਿਰ ਸਾਡਾ ਜਿਹੜਾ ਜੀਵਨ ਉਹ ਵੈਰ ਵਿਰੋਧ ਵਾਲਾ ਹੁੰਦਾ। ਫਿਰ ਸਾਡੇ ਮਨ ਦੇ ਵਿੱਚ ਕਲਾ ਕਲੇਸ਼, ਈਰਖਾ, ਨਫ਼ਰਤ, ਵਿਚਾਰਾਂ ਦਾ ਟਕਰਾਅ, ਦੁਬਦਾ, ਵੈਰ ਵਿਰੋਧ, ਫਿਰ ਸਾਡਾ ਜਿਹੜਾ ਜੀਵਨ ਉਹ ਬਹੁਤ ਦੁੱਖ ਹੁੰਦੇ ਉਹਦੇ 'ਚ। ਫਿਰ ਦੁੱਖ ਦਾ ਕਾਰਨ ਸਾਨੂੰ ਇਹੀਓ ਸਤਿਗੁਰੂ ਦੱਸਦੇ ਵੀ ਦੁੱਖ ਦਾ ਕਾਰਨ ਇਹ ਹੈ ਵੀ ਅਸੀਂ ਜੋ ਗੁਰੂ ਘਰ ਆ ਕੇ ਲੈਣਾ ਸੀ ਉਹ ਅਸੀਂ ਸਿੱਖਿਆ ਨਹੀਂ ਲਈ। ਜੋ ਅਸੀਂ ਬ੍ਰਹਮ ਦਾ ਗਿਆਨ ਲੈਣਾ ਸੀ ਉਹ ਨਾ ਗਿਆਨ ਲੈਣ ਕਰਕੇ ਤਾਂ ਸਾਡੇ ਮਨਾਂ ਦੇ ਵਿੱਚ ਦੁਬਦਾ ਹੈ, ਵੈਰ ਵਿਰੋਧ ਹੈ, ਤਾਂ ਕਰਕੇ ਅਸੀਂ ਦੁਖੀ ਹਾਂ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਦੁੱਖ ਦਾ ਕਾਰਨ ਹੈ ਸਾਡੀ ਆਪਣੀ ਮੱਤ, ਸਾਡੀ ਆਪਣੀ ਸੋਚ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੱਸਦੇ ਇੱਕ ਪਰਿਵਾਰ ਦਾ ਵੀ ਜਿਵੇਂ ਇੱਕ ਪਰਿਵਾਰ ਹੈ, ਪਤੀ ਪਤਨੀ ਨੇ ਉਹ ਘਰ ਦੇ ਵਿੱਚ ਬੈਠੇ ਨੇ ਤੇ ਬੈਠ ਕੇ ਵਿਚਾਰ ਕਰਦੇ ਨੇ ਆਪਸ ਵਿੱਚ ਵੀ ਆਪਾਂ ਜਿਹੜਾ ਪਰਿਵਾਰ ਆਪਣਾ, ਆਪਣੇ ਬੱਚੇ ਨੇ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਤੇ ਉਹਨਾਂ ਦਾ ਆਪਸ ਵਿੱਚ ਬੜਾ ਮੋਹ ਹੈ, ਬੜਾ ਪਿਆਰ। ਮਹਾਰਾਜ ਫਰਮਾਉਂਦੇ ਕਹਿੰਦੇ ਇਸਤਰੀ ਪੁਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ, ਵੀ ਦੋਵਾਂ ਨੇ ਇਕੱਠੇ ਹੋ ਕੇ ਬੜਾ ਮੋਹ ਵਧਾ ਲਿਆ, ਪਿਆਰ ਵਧਾ ਲਿਆ। ਹੁਣ ਉਹ ਇਕੱਠੇ ਹੋ ਕੇ ਜਦੋਂ ਬੈਠਦੇ ਦੇਖਦੇ ਆਪਦੇ ਬੱਚਿਆਂ ਨੂੰ, ਪਰਿਵਾਰ ਨੂੰ, ਤੇ ਬੜੇ ਖੁਸ਼ ਹੁੰਦੇ। ਮਹਾਰਾਜ ਕਹਿੰਦੇ ਪੁੱਤਰ ਕਲਤਰ ਵੇਖ ਵਿਕਸੀ ਨਿਤ ਮੋਹੇ ਮਾਇਆ, ਵੀ ਉਹ ਜਦੋਂ ਦੇਖਦਾ ਆਪਦੇ ਬੱਚਿਆਂ ਨੂੰ ਦੇਖਦਾ, ਪਤਨੀ ਨੂੰ ਦੇਖਦਾ ਤੇ ਬੜਾ ਖੁਸ਼ ਹੁੰਦਾ ਵੀ ਮੇਰਾ ਪਰਿਵਾਰ ਹੈ ਜੀ। ਫਿਰ ਉਹਨਾਂ ਦੀ ਖਾਤਰ ਉਹ ਕੀ ਕਰਦਾ, ਉਹ ਦੇਸ਼ ਦੇ ਵਿੱਚ ਕਰਮ ਕਰਦਾ, ਪਰਦੇਸ ਵੀ ਜਾਂਦਾ, ਉੱਥੇ ਜਾ ਕੇ ਵੀ ਕਰਮ ਕਰਦਾ। ਫਿਰ ਉੱਥੋਂ ਕਰਮ ਕਰ ਕਰਕੇ ਉਹ ਧਨ ਇਕੱਠਾ ਕਰ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਉਂਦਾ ਲਿਆ ਲਿਆ ਕੇ। ਮਹਾਰਾਜ ਕਹਿੰਦੇ ਦੇਸ ਪਰਦੇਸ ਧਨ ਚਰਾਏ ਆਣ ਮੂੰਹ ਪਾਇਆ, ਵੀ ਦੇਸ਼ ਵਿੱਚ ਇੱਥੇ ਵੀ ਕਰਮ ਕੀਤਾ ਤੇ ਪਰਦੇਸ ਗਿਆ ਉੱਥੇ ਵੀ ਕੰਮ ਕਰਦਾ। ਫਿਰ ਆ ਕੇ ਉਹਨਾਂ ਬੱਚਿਆਂ ਨੂੰ ਖਵਾਉਂਦਾ, ਪਤਨੀ ਨੂੰ ਖਵਾਉਂਦਾ, ਉਹਨਾਂ ਦੇ ਮੂੰਹ 'ਚ ਪਾਉਂਦਾ, ਉਹਨਾਂ ਨੂੰ ਦਿੰਦਾ। ਫਿਰ ਅੰਤ ਨੂੰ ਹੁੰਦਾ ਕੀ ਹੈ, ਫਿਰ ਉਹ ਪਰਿਵਾਰ ਦੇ ਵਿੱਚ ਵੈਰ ਵਿਰੋਧ ਪੈਦਾ ਹੁੰਦਾ। ਅੰਤੇ ਹੋਵੇ ਵੈਰ ਵਿਰੋਧ ਕੋ ਛੱਡੇ ਨਾ ਛਡਾਇਆ, ਵੀ ਉਹ ਹੁਣ ਜਦੋਂ ਪਹਿਲਾਂ ਤਾਂ ਦੇਖਦਾ ਵੀ ਸਾਰਾ ਮੇਰਾ ਪਰਿਵਾਰ ਹੈ, ਬੱਚੇ ਹੈ, ਪਤਨੀ ਹੈ, ਉਹਨਾਂ ਨੂੰ ਧਨ ਜੋਰ ਜੋਰ ਕੇ ਦਿੰਦਾ, ਪਦਾਰਥ ਲਿਆ ਲਿਆ ਕੇ ਦਿੰਦਾ, ਖਵਾਉਂਦਾ। ਹੁਣ ਉਹਨਾਂ ਦੇ ਅੰਦਰ ਪੈ ਗਈ ਦੁਬਦਾ। ਦੁਬਦਾ ਪੈਦਾ ਕਿਹਨਾਂ ਨੇ ਕੀਤੀ ਇਹ ਪਤਾ ਨਹੀਂ, ਕਿਉਂਕਿ ਉਹਨਾਂ ਨੇ ਕਦੇ ਸੰਗਤ ਨਹੀਂ ਕੀਤੀ, ਉਹ ਕਦੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ। ਹੁਣ ਇਹ ਪੰਜ ਅੰਦਰ ਬੈਠੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਅੰਦਰ ਜੀਵ ਦੇ ਦੁਬਦਾ ਪੈਦਾ ਕਰਦੇ, ਵੈਰ ਵਿਰੋਧ ਪੈਦਾ ਕਰਦੇ, ਇੱਕ ਦੂਸਰੇ ਪਰਥਾਏ ਵਿਚਾਰਾਂ ਦਾ ਉਹਨਾਂ ਦਾ ਟਕਰਾਅ ਕਰਾਉਂਦੇ। ਹੁਣ ਜਿਹੜੇ ਧੀਆਂ ਪੁੱਤਰ ਸੀ ਉਹ ਮਾਂ ਪਿਓ ਨੂੰ ਫਿੱਕੇ ਬੋਲ ਬੋਲਣੇ ਸ਼ੁਰੂ ਕਰ ਦਿੰਦੇ, ਮਾੜਾ ਬੋਲਦੇ। ਜਦੋਂ ਮਾੜਾ ਬੋਲਦੇ ਜਿਹੜੇ ਹੋਰ ਜੀਵ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮਾਤਾ ਪਿਤਾ ਵੀ ਬਹੁਤ ਸਿਆਣੇ ਨੇ, ਵੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਘਾਲਣਾ ਘਾਲੀ ਹੈ, ਤੇ ਬਈ ਉਹ ਬਹੁਤ ਚੰਗੇ ਨੇ। ਉਹ ਕਹਿੰਦੇ ਵੀ ਚੰਗੇ ਹੋਣਗੇ ਤੁਹਾਡੀ ਖਾਤਰ ਹੋਣਗੇ, ਸਾਡੇ ਵਾਸਤੇ ਤਾਂ ਕੋਈ ਚੰਗੇ ਨਹੀਂ। ਉਹ ਹੁਣ ਉਹਨਾਂ ਦੇ ਵਿੱਚ ਆਪਸ ਵਿੱਚ ਵਿਚਾਰਾਂ ਦਾ ਟਕਰਾਅ ਹੋ ਗਿਆ, ਦੁਬਦਾ ਪੈ ਗਈ। ਜਦੋਂ ਦੁਬਦਾ ਪੈ ਗਈ ਹੁਣ ਇੱਕ ਦੂਸਰੇ ਦਾ ਕੋਈ ਕਹਿਣਾ ਨਹੀਂ ਮੰਨਦਾ। ਜੋ ਪਿਓ ਕਹਿੰਦਾ ਉਹ ਪੁੱਤਰ ਨਹੀਂ ਮੰਨਦਾ, ਜੋ ਮਾਂ ਕਹਿੰਦੀ ਉਹ ਧੀ ਨਹੀਂ ਮੰਨਦੀ। ਹੁਣ ਜਦੋਂ ਇੱਦਾਂ ਉਹਨਾਂ ਦੇ ਅੰਦਰ ਵੈਰ ਵਿਰੋਧ ਪੈਂਦਾ ਤੇ ਉਹਨਾਂ ਦਾ ਮਨ ਬੜਾ ਦੁਖੀ ਹੁੰਦਾ, ਬੜਾ ਅਸ਼ਾਂਤ ਹੁੰਦਾ, ਬਈ ਹੁਣ ਅਸੀਂ ਕਰੀਏ ਤੇ ਕਰੀਏ ਕੀ। ਹੁਣ ਇੱਦਾਂ ਦੇ ਜੀਵਨ ਦੇ ਵਿੱਚੋਂ ਫਿਰ ਉਹ ਚਾਹੁੰਦੇ ਵੀ ਇਦੋਂ ਤਾਂ ਅਸੀਂ ਇੱਥੋਂ ਚਲੇ ਜਾਈਏ ਸੰਸਾਰ ਦੇ ਵਿੱਚੋਂ, ਸਾਨੂੰ ਮੌਤ ਹੀ ਆ ਜੇ ਚੰਗਾ।
ਹੁਣ ਇਸ ਅਵਸਥਾ 'ਚ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਵੀ ਧਰੈਗ ਹੈ ਉਹ ਮੋਹ, ਬਈ ਜਿਹਦੇ ਨਾਲ ਲਾ ਕੇ ਅਸੀਂ ਆਪਦਾ ਜਿਹੜਾ ਜੀਵਨ ਉਹ ਤਾਂ ਵਿਅਰਥ ਕੀਤਾ ਹੀ, ਹੁਣ ਅਸੀਂ ਦੁਖੀ ਹੋ ਰਹੇ ਹਾਂ। ਵੀ ਜੇ ਅਸੀਂ ਇਹ ਖੇਲ ਨੂੰ ਸਮਝ ਜਾਂਦੇ, ਜੇ ਅਸੀਂ ਗੁਰੂ ਦੀ ਮੱਤ ਲੈਂਦੇ, ਜੇ ਅਸੀਂ ਸਤ ਸੰਗਤ ਕਰਤੀ, ਫਿਰ ਸਾਡੀ ਜਿਹੜੀ ਅਵਸਥਾ ਫਿਰ ਇਹ ਨਹੀਂ ਸੰਸਾਰ ਦੇ ਵਿੱਚ ਹੋਣੀ ਸੀ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਨਾਨਕ ਬਿਨ ਨਾਮੇ ਧਰੈਗ ਮੋਹ, ਜਿਤ ਲੱਗ ਦੁੱਖ ਪਾਇਆ। ਬਈ ਨਾਮ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਉਹ ਮੋਹ, ਉਹ ਸੰਸਾਰ ਦੀ ਪ੍ਰੀਤ ਧਰੈਗ ਹੈ। ਬਈ ਜਿਹਦੇ ਨਾਲ ਲੱਗ ਕੇ, ਜਿਹਦੇ ਨਾਲ ਜੁੜ ਕੇ ਅਸੀਂ ਬਹੁਤ ਦੁੱਖ ਭੋਗਿਆ, ਅਸੀਂ ਬਹੁਤ ਦੁਖੀ ਹੋ ਰਹੇ ਹਾਂ। ਹੁਣ ਸਤਿਗੁਰੂ ਫਿਰ ਆਪਾਂ ਨੂੰ ਦੱਸਦੇ ਵੀ ਜੇ ਦੁਬਿਧਾ ਪਰਿਵਾਰ 'ਚ ਸਾਡੇ ਪੈ ਵੀ ਗਈ ਹੈ, ਇਹ ਦੁਬਿਧਾ ਨੂੰ ਖਤਮ ਕੀਤਾ ਜਾ ਸਕਦਾ। ਉਹ ਦੁਬਿਧਾ ਨੂੰ ਅਸੀਂ ਕਿਵੇਂ ਖਤਮ ਕਰੀਏ, ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੇ ਤਾਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠੇ, ਸਾਰੇ ਜਾਣੇ ਜੇ ਇਕੱਠੇ ਮਿਲ ਕੇ ਸਿਮਰਨ ਕਰਨ, ਤੇ ਫਿਰ ਇਹ ਦੁਬਿਧਾ ਖਤਮ ਹੋ ਸਕਦੀ, ਫਿਰ ਸਾਰਿਆਂ ਦੀ ਵਿਚਾਰਧਾਰਾ ਇੱਕ ਹੋ ਸਕਦੀ। ਫਿਰ ਇੱਕ ਪਰਿਵਾਰ ਦਾ ਮੁਖੀ ਜੋ ਵੀ ਵਚਨ ਆਖੇਗਾ, ਦੂਜੇ ਸਾਰੇ 7 ਵਚਨ ਕਰਕੇ ਚੱਲਣਗੇ ਵੀ ਜੋ ਤੁਸੀਂ ਕਹਿੰਦੇ ਉਵੇਂ ਹੀ ਕਰਾਂਗੇ, ਤੇ ਸਾਡੇ ਮਨ ਸੁਖੀ ਹੋਣਗੇ, ਸਾਡੇ ਮਨਾਂ ਨੂੰ ਸ਼ਾਂਤੀ ਹੋਏਗੀ। ਇਸ ਲਈ ਫਿਰ ਫਰਮਾਉਂਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰਿਓ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਬਈ ਜੇ ਸਾਡੇ ਅੰਦਰ ਦੁਬਿਧਾ ਪੈ ਗਈ ਹੈ, ਦੁਬਿਧਾ ਨੂੰ ਖਤਮ ਕੀਤਾ ਜਾ ਸਕਦਾ ਇਕੱਠੇ ਮਿਲ ਕੇ ਸਿਮਰਨ ਕਰ। ਪਰ ਜਦੋਂ ਜੀਵਾਂ ਦੇ ਅੰਦਰ ਦੁਬਿਧਾ ਜ਼ਿਆਦਾ ਵੱਧ ਜਾਂਦੀ, ਉਹ ਕਦੇ ਤਾਂ ਹੋ ਹੀ ਨਹੀਂ ਸਕਦਾ ਵੀ ਅਸੀਂ ਇਕੱਠੇ ਹੋ ਕੇ ਬੈਠੀਏ। ਫਿਰ ਇਹ 5 ਨੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪਰਿਵਾਰ ਦੇ ਵਿੱਚ ਵੀ ਸਾਨੂੰ ਇਕੱਠੇ ਹੋ ਕੇ ਨਹੀਂ ਬੈਠਣ ਦੇਣਗੇ। ਫਿਰ ਮਹਾਰਾਜ ਕਹਿੰਦੇ ਵੀ ਜੇ ਹੁਣ ਇਕੱਠੇ ਹੋ ਕੇ ਨਹੀਂ ਬਹਿੰਦੇ, ਨਹੀਂ ਇੱਕ ਦੂਸਰੇ ਦਾ ਕਹਿਣਾ ਮੰਨਦੇ, ਫਿਰ ਤੁਸੀਂ ਆਪ ਕਰੋ। ਜਦੋਂ ਹੁਣ ਅਸੀਂ ਆਪ ਸਿਮਰਨ ਕਰਾਂਗੇ, ਸਾਡੇ ਅੰਦਰੋਂ ਤਾਂ ਦੁਬਿਧਾ ਖਤਮ ਹੋ ਜਾਏਗੀ ਨਾ। ਜੇ ਕੋਈ ਹੋਰ ਮੰਨਦਾ ਤੇ ਠੀਕ ਹੈ, ਉਹਦੇ ਅੰਦਰੋਂ ਵੀ ਹੋ ਜਾਏਗੀ। ਜੇ ਨਹੀਂ ਮੰਨਦਾ, ਫਿਰ ਧੱਕੇ ਨਾਲ ਆਪਾਂ ਉਹਦੇ ਅੰਦਰੋਂ ਦੁਬਿਧਾ ਨਹੀਂ ਖਤਮ ਕਰ ਸਕਦੇ। ਫਿਰ ਮਹਾਰਾਜ ਕਹਿੰਦੇ ਵੀ ਇਹ ਆਪੋ ਆਪਣਾ, ਤੁਸੀਂ ਆਪ ਸਿਮਰਨ ਕਰੋ, ਤੁਹਾਡਾ ਮਨ ਸਹਿਜ ਵਿੱਚ ਆਏਗਾ। ਜਦੋਂ ਆਪਣਾ ਮਨ ਸਹਿਜ ਵਿੱਚ ਆਏਗਾ, ਅਸੀਂ ਆਪਦੇ ਘਰ ਜਾਵਾਂਗੇ, ਅਸੀਂ ਸੁਖੀ ਹੋਵਾਂਗੇ, ਫਿਰ ਅਸੀਂ ਮਾਲਕ ਦੇ ਸਨਮੁਖ ਹੋਵਾਂਗੇ, ਤੇ ਫਿਰ ਆਪਾਂ ਮਾਲਕ ਨੂੰ ਬੇਨਤੀ ਕਰ ਸਕਦੇ, ਉਹਨੂੰ ਫਿਰ ਆਪਾਂ ਅਰਦਾਸ ਕਰ ਸਕਦੇ ਹਾਂ ਵੀ ਸਾਡੇ ਸੰਜੋਗੀ ਨੇ, ਸਾਡੇ ਸੰਗੀ ਸਾਥੀ ਨੇ, ਤੁਸੀਂ ਕਿਰਪਾ ਕਰੋ। ਜਾਣੀ ਦੀ ਜਦ ਤੱਕ ਹੁਣ ਅਸੀਂ ਆਪ ਹੀ ਦੁਬਿਧਾ 'ਚ, ਸਾਡੇ ਮਨ ਨੂੰ ਆਪ ਨੂੰ ਸ਼ਾਂਤੀ ਨਹੀਂ, ਅਸੀਂ ਆਪ ਦੁਖੀ ਹਾਂ, ਫਿਰ ਅਸੀਂ ਹੋਰ ਕਿਸੇ ਨੂੰ ਕਿਵੇਂ ਸੁਖੀ ਕਰ ਸਕਦੇ? ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਹੁੰਦੀ, ਆਪਾਂ ਉਹੀਓ ਦੂਜੇ ਨੂੰ ਦੇ ਸਕਦੇ। ਜੇ ਆਪਣੇ ਕੋਲ ਸੁੱਖ ਹੈ ਤੇ ਆਪਾਂ ਸੁੱਖ ਦੇ ਸਕਦੇ ਹਾਂ। ਜੇ ਆਪਣਾ ਮਨ ਹੀ ਦੁਖੀ ਹੈ, ਅਸ਼ਾਂਤ ਹੈ, ਫਿਰ ਆਪਾਂ ਦੂਸਰੇ ਨੂੰ, ਕਿਸੇ ਨੂੰ ਕਿਵੇਂ ਸੁੱਖ ਦੇਵਾਂਗੇ, ਕਿਵੇਂ ਉਹਦੇ ਮਨ ਨੂੰ ਸ਼ਾਂਤੀ ਦੇਵਾਂਗੇ? ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਸ਼ੁਰੂ ਕਰਨਾ ਤੁਸੀਂ ਆਪ ਤੋਂ ਕਰਨਾ ਹੈ, ਆਪਣੇ ਆਪ ਤੋਂ। ਜਦੋਂ ਅਸੀਂ ਆਪਣੇ ਆਪੇ ਤੋਂ ਸ਼ੁਰੂ ਕਰਾਂਗੇ ਵੀ ਸਾਡਾ ਮਨ ਅਸ਼ਾਂਤ ਹੈ, ਸਾਡਾ ਮਨ ਹੁਣ ਕਿਵੇਂ ਸਹਿਜ ਵਿੱਚ ਆਵੇ, ਕਿਵੇਂ ਸਾਡੇ ਮਨ ਨੂੰ ਸ਼ਾਂਤੀ ਆਵੇ, ਸੁੱਖ ਮਿਲੇ, ਫਿਰ ਉਹਦੇ ਵਾਸਤੇ ਮਹਾਰਾਜ ਕਹਿੰਦੇ ਵੀ ਤੁਸੀਂ ਸਿਮਰਨ ਕਰੋ। ਪਹਿਲਾਂ ਜਦੋਂ ਤੁਸੀਂ ਸਿਮਰਨ ਕਰੋਗੇ, ਪਹਿਲਾਂ ਤਾਂ ਤੁਹਾਡਾ ਇਹ ਕਲਾ ਕਲੇਸ਼ ਮਿਟੇਗਾ, ਵਿਚਾਰਾਂ ਦਾ ਜਿਹੜਾ ਸਾਡੇ ਅੰਦਰ ਪਿਆ ਹੋਇਆ। ਜਦੋਂ ਇਹ ਕਲਾ ਕਲੇਸ਼ ਮਿਟੇਗਾ ਤੇ ਫਿਰ ਸਾਡੇ ਮਨ ਨੇ ਸੁਖੀ ਹੋਣ। ਫਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਵੀ ਜਿਹੜਾ ਵੀ ਜੀਵ ਸਿਮਰਨ ਕਰੇਗਾ, ਉਹਦਾ ਕਲਾ ਕਲੇਸ਼ ਮਿਟ ਜੇਗਾ। ਜੇ ਹੁਣ ਜੀਵ ਸਿਮਰਨ ਨਹੀਂ ਕਰਦਾ, ਭਾਵੇਂ ਪੜ੍ਹਦਾ ਰੋਜ਼ ਹੀ ਹੈ, ਬਾਣੀ ਉਹ ਰੋਜ਼ ਪੜ੍ਹਦਾ ਹੈ, ਪਾਠ ਰੋਜ਼ ਕਰਦਾ ਹੈ ਸੁਖਮਨੀ ਸਾਹਿਬ ਦਾ, ਪਰ ਜੋ ਮਹਾਰਾਜ ਕਹਿ ਰਹੇ ਉਹ ਸਿਮਰਨ ਨਹੀਂ ਕਰਦਾ। ਉਹ ਪੜ੍ਹਦਾ ਹੈ, ਪੜ੍ਹ ਕੇ ਅੱਗੇ ਟੱਪ ਜਾਂਦਾ, ਤੇ ਜਦੋਂ ਅੱਗੇ ਟੱਪ ਜਾਂਦਾ
ਉਹਦੇ ਮਨ ਨੂੰ ਤਾਂਹੀਓ ਸੁੱਖ ਨਹੀਂ ਮਿਲਦਾ, ਤਾਂਹੀਓ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਤਾਂਹੀਓ ਉਹਦੇ ਅੰਦਰੋਂ ਦੁਬਦਾ ਨਹੀਂ ਜਾਂਦੀ। ਹੁਣ ਇੱਕ ਤਾਂ ਜੀਵ ਉਹ ਨੇ ਵੀ ਜਿਹੜੇ ਸਮਝ ਲਓ ਵੀ ਨਾ ਤਾਂ ਉਹ ਸੰਗਤ ਕਰਦੇ, ਨਾ ਉਹ ਗੁਰਬਾਣੀ ਨੂੰ ਪੜ੍ਹਦੇ। ਉਹ ਤਾਂ ਲੜਨ ਵੱਖਰੀ ਗੱਲ ਹੈ, ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਉਹ ਤਾਂ ਲੜਨਗੇ ਹੀ। ਹੁਣ ਜਿਹੜੇ ਗੁਰਬਾਣੀ ਪੜ੍ਹ ਰਹੇ ਉਹ ਕਿਉਂ ਲੜਦੇ ਨੇ? ਜਿਹੜੇ ਪਾਠ ਕਰ ਰਹੇ ਉਹ ਵੀ ਲੜੀ ਜਾਂਦੇ ਨੇ ਆਪਸ ਵਿੱਚ, ਤੇ ਫਿਰ ਅੰਤਰ ਕੀ ਹੋਇਆ? ਜੇ ਅਸੀਂ ਵੀ ਲੜਨਾ ਹੀ ਹੈ ਤੇ ਜਿਹੜਾ ਨਹੀਂ ਕਰਦਾ ਉਹ ਮੈਨੇ ਵੀ ਲੜਨਾ ਹੀ ਹੈ। ਤੇ ਤਾਂਹੀਓ ਤਾਂ ਉਹ ਜੀਵ ਜਿਹੜਾ ਦੂਸਰਾ ਉਹ ਕਹਿੰਦਾ ਵੀ ਤੁਹਾਨੂੰ ਕੀ ਲਾਭ ਹੋਇਆ। ਹੁਣ ਇੱਕ ਜੀਵ ਸਾਰੀ ਉਮਰ ਹੋ ਗਈ ਉਹਨੂੰ ਗੁਰੂ ਘਰ ਆਉਂਦਾ ਆ, ਜਦੋਂ ਗੁਰੂ ਘਰ ਆਉਂਦਾ ਉਹ ਪਾਠ ਵੀ ਕਰਦਾ ਹੈ, ਉਹ ਸੇਵਾ ਵੀ ਕਰਦਾ ਹੈ। ਜਦੋਂ ਹੁਣ ਉਹ ਗੁਰੂ ਘਰੋਂ ਜਾਂਦਾ ਹੈ ਤੇ ਉਹਨੂੰ ਜੇ ਕੋਈ ਮਾੜੀ ਜਿਹੀ ਗੱਲ ਆਖੇ ਉਹਨੂੰ ਗੁੱਸਾ ਇੰਨਾ ਚੜ੍ਹਦਾ, ਕ੍ਰੋਧ ਇੰਨਾ ਆਉਂਦਾ। ਮਾੜੀ ਜਿਹੀ ਗੱਲ ਕਿਸੇ ਦੀ ਉਹ ਸਹਾਰਦਾ ਕੋਈ ਨਹੀਂ। ਕਿਸੇ ਨੇ ਇੱਕ ਆਖੀ ਤੇ ਉਹਨੇ ਅੱਗਿਓਂ 10 ਸੁਣਾ ਦਿੱਤੀਆਂ। ਫਿਰ ਮਹਾਰਾਜ ਕਹਿੰਦੇ ਵੀ ਇਹੋ ਜਿਹੀ ਸੇਵਾ ਕੀਤੀ ਤਾਂ ਤੁਹਾਨੂੰ ਫਾਇਦਾ ਕੀ ਹੋਇਆ, ਤੁਹਾਨੂੰ ਲਾਭ ਕੀ ਹੋਇਆ? ਜਿਹੜਾ ਤੁਸੀਂ ਫਲ ਤੁਹਾਨੂੰ ਮਿਲਣਾ ਸੀ ਉਹ ਤਾਂ ਤੁਹਾਨੂੰ ਫਲ ਮਿਲਿਆ ਹੀ ਨਹੀਂ। ਬਈ ਜੀਵ ਸਵੇਰੇ ਉੱਠਦਾ, ਤੜਕੇ ਉੱਠਦਾ, ਉੱਠ ਕੇ ਉਹ ਇਸ਼ਨਾਨ ਕਰਦਾ, ਗੁਰੂ ਘਰ ਵੀ ਆਉਂਦਾ, ਬਾਣੀ ਵੀ ਪੜ੍ਹਦਾ, ਤੇ ਉਹਦੇ ਅੰਦਰ ਕੀ ਹੈ? ਅੰਦਰ ਉਹਦੇ ਹੰਕਾਰ ਹੈ, ਹਉਮੈ। ਮਹਾਰਾਜ ਕਹਿੰਦੇ ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰਾ, ਕਾਰੇ ਇਸ਼ਨਾਨ ਤਨ ਚੱਕਰ ਬਣਾਏ, ਮਨ ਕੀ ਮਲ ਕਾਬੂ ਨਾ ਜਾਏ। ਵੀ ਤੇਰੇ ਮਨ ਦੇ ਵਿੱਚੋਂ ਤਾਂ ਮੈਲ ਗਈ ਹੋਈ ਨਹੀਂ। ਬਈ ਤੂੰ ਗੁਰਦੁਆਰੇ ਵੀ ਆਇਆ, ਤੂੰ ਪਾਠ ਵੀ ਕੀਤਾ, ਤੇ ਤੇਰੇ ਅੰਦਰ ਤਾਂ ਮੈਲ ਉਹੀ ਭਰੀ ਹੋਈ। ਹੁਣ ਇਸ ਤਰ੍ਹਾਂ ਜਦੋਂ ਫਿਰ ਜੀਵ ਦੇਖਦਾ ਵੀ ਇਹ ਗੁਰਦੁਆਰੇ ਜਾਂਦਾ, ਵੀ ਇਹ ਪਾਠ ਵੀ ਕਰਦਾ, ਪਰ ਉਹਦੇ ਅੰਦਰ ਸਹਿਜ ਤਾਂ ਕੋਈ ਹੈ ਨਹੀਂ। ਵੀ ਗੁੱਸਾ ਇੰਨਾ ਚੜ੍ਹਦਾ, ਨਿੰਦਿਆ ਇੰਨੀ ਕਰਦਾ, ਵੈਰ ਵਿਰੋਧ ਇੰਨਾ ਕਰਦਾ। ਫਿਰ ਉਹ ਜੀਵ ਕਹਿੰਦਾ ਵੀ ਤੁਸੀਂ ਤਾਂ ਗੁਰਦੁਆਰੇ ਜਾਂਦੇ ਹੋ ਨਾ, ਤੁਹਾਡੇ ਅੰਦਰ ਨਹੀਂ ਜਦੋਂ ਕੋਈ ਬਦਲਾਅ ਆਇਆ, ਤੁਸੀਂ ਨਹੀਂ ਜਦੋਂ ਬਦਲੇ, ਫਿਰ ਅਸੀਂ ਉੱਥੇ ਜਾ ਕੇ ਕੀ ਕਰਨਾ? ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸਰ ਸਾਡਾ ਤਾਂ ਹੋਣਾ ਜੇ ਸਾਡਾ ਆਪਦਾ ਜੀਵਨ ਬਦਲੇਗਾ। ਆਪਣਾ ਜੀਵਨ ਤਾਂ ਬਦਲੇਗਾ ਜੇ ਅਸੀਂ ਗੁਰੂ ਦਾ ਕਹਿਣਾ ਮੰਨਾਂਗੇ, ਜੇ ਅਸੀਂ ਗੁਰੂ ਦਾ ਬਚਨ ਮੰਨਾਂਗੇ। ਜੇ ਹੁਣ ਅਸੀਂ ਸਿਮਰਨ ਨਹੀਂ ਕਰਦੇ ਫਿਰ ਸਾਡੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਸਾਡਾ ਜੀਵਨ ਬਦਲਦਾ ਨਹੀਂ। ਸਾਡੇ ਅੰਦਰੋਂ ਵੈਰ ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ ਉਹ ਜਾਂਦਾ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਛ ਕਰਨਾ ਤਾਂ ਇਸ ਲਈ ਵੀ ਸਾਡਾ ਮਨ ਨਿਰਮਲ ਹੋਵੇ, ਸਾਡੇ ਅੰਦਰੋਂ ਮੈਲ ਉਤਰੇ। ਜੀਵ ਹੁਣ ਜੇ ਆਉਂਦਾ ਹੈ, ਆ ਕੇ ਸੇਵਾ ਵੀ ਕਰਦਾ ਹੈ, ਪਰ ਉਹਦੇ ਅੰਦਰੋਂ ਵੈਰ ਵਿਰੋਧ ਗਿਆ ਨਹੀਂ, ਪਰਾਈ ਨਿੰਦਿਆ ਸੀ ਜਿਹੜੀ ਉਹਨੇ ਮੁੱਖ ਤੋਂ ਛੱਡੀ ਕੋਈ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਵੀ ਤੇਰੀ ਕੀਤੀ ਹੋਈ ਇਹੋ ਜਿਹੀ ਸੇਵਾ ਉਹ ਸਾਰੀ ਨਿਹਫਲ ਹੈ, ਉਹਦਾ ਤੈਨੂੰ ਕੋਈ ਫਲ ਨਹੀਂ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਹਫਲ ਭਈ ਸਭ ਸੇਵਾ। ਵੀ ਤੇਰੀ ਇਹੋ ਜਿਹੀ ਕੀਤੀ ਹੋਈ ਸੇਵਾ ਦਾ ਕੀ ਫਾਇਦਾ ਤੈਨੂੰ, ਉਹ ਤਾਂ ਸਾਰੀ ਨਿਹਫਲ ਹੀ ਚਲੀ ਗਈ। ਤੇਰੇ ਅੰਦਰੋਂ ਵੈਰ ਵਿਰੋਧ ਗਿਆ ਕੋਈ ਨਹੀਂ, ਦੁਬਦਾ ਗਈ ਕੋਈ ਨਹੀਂ, ਪਰਾਈ ਨਿੰਦਿਆ ਤੂੰ ਮੁੱਖ ਤੋਂ ਛੱਡੀ ਕੋਈ ਨਹੀਂ। ਫਿਰ ਉਹ ਸੇਵਾ ਕੀਤੀ ਦਾ ਕੀ ਲਾਭ ਹੋਇਆ, ਸਾਨੂੰ ਕੀ ਫਾਇਦਾ ਹੋਇਆ? ਜਿਵੇਂ ਹੁਣ ਆਪਾਂ ਸੰਸਾਰ 'ਚ ਦੇਖਦੇ ਹਾਂ, ਜੀਵ ਉੱਦਾਂ ਘਰੋਂ ਆਉਣਗੇ ਵੀ ਅਸੀਂ ਸੇਵਾ ਕਰਨ ਚੱਲੇ ਹਾਂ ਜੀ, ਗੁਰੂ ਘਰ ਅਸੀਂ ਸੇਵਾ ਕਰਦੇ ਹਾਂ ਜਾਂ ਹੋਰ ਧਾਰਮਿਕ ਸਥਾਨ 'ਤੇ ਅਸੀਂ ਸੇਵਾ ਕਰਦੇ ਹਾਂ ਜੀ। ਹੁਣ ਉੱਧਰੋਂ ਤਾਂ ਹੱਥਾਂ ਪੈਰਾਂ ਨਾਲ ਸੇਵਾ ਕਰ ਰਹੇ ਤੇ ਮੁੱਖ ਦੁਆਰਾ ਨਾਲ ਨਾਲ ਨਿੰਦਿਆ ਜਾਰੀ, ਨਾਲ ਨਾਲ ਫਿੱਕੇ ਬੋਲ ਜਾਰੀ ਨੇ, ਉਵੇਂ ਬੋਲੀ ਜਾਂਦੇ ਨੇ। ਹੁਣ ਉਹ ਜੀ ਸਾਡੀ ਸੇਵਾ ਕੀਤੀ ਹੋਈ ਉਹਦਾ ਸਾਨੂੰ ਕੀ ਲਾਭ ਹੋਇਆ, ਕੀ ਸਾਨੂੰ ਫਲ ਮਿਲਿਆ? ਸਾਡੇ ਮਨ ਦੇ ਵਿੱਚੋਂ ਤਾਂ ਸਾਡਾ ਸੁਭਾਅ ਤਾਂ ਬਦਲਿਆ ਹੀ ਨਾ। ਸਾਡੇ ਅੰਦਰੋਂ ਜਿਹੜੀ ਦੁਬਦਾ ਸੀ ਉਹ ਤਾਂ ਗਈ ਹੋਈ ਨਾ, ਵੈਰ ਵਿਰੋਧ ਤਾਂ ਗਿਆ ਹੀ ਨਾ ਸਾਡੇ ਅੰਦਰੋਂ, ਤੇ ਸਾਨੂੰ ਕੀ ਲਾਭ ਹੋਇਆ, ਕੀ ਫਾਇਦਾ ਹੋਇਆ?
ਇਸ ਵਾਸਤੇ ਮਹਾਰਾਜ ਕਹਿੰਦੇ ਸਾਰਾ ਕੁਝ ਕੀਤਾ ਹੋਇਆ ਜੀਵ ਦਾ ਇਸ ਤਰ੍ਹਾਂ ਵੀ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ। ਹਾਥੀ ਕੀ ਕਰਦਾ, ਉਹ ਪਾਣੀ 'ਚ ਵੜਦਾ, ਇਸ਼ਨਾਨ ਕਰ ਲੈਂਦਾ, ਜਦੋਂ ਬਾਹਰ ਨਿਕਲਦਾ ਉਹ ਸੁੰਡ ਭਰਦਾ ਚਿੱਕੜ ਦੀ, ਫਿਰ ਆਪਦੇ ਉੱਤੇ ਸੁੱਟ ਲੈਂਦਾ। ਹੁਣ ਉਹ ਅਵਸਥਾ ਮਨਮੁਖ ਦੀ ਸਤਿਗੁਰੂ ਦੱਸਦੀ। ਕਹਿੰਦੇ ਮਨਮੁਖ ਕੀ ਕਰਦਾ, ਤੀਰਥਾਂ 'ਤੇ ਵੀ ਜਾਂਦਾ, ਵਰਤ ਵੀ ਰੱਖਦਾ, ਨੇਮ ਵੀ ਕਰਦਾ, ਪਰ ਅੰਦਰ ਨਾਲ ਨਾਲ ਹਉਮੈ ਆ, ਹੰਕਾਰ ਹੈ ਵੀ ਮੇਰੇ ਜਿੰਨੀ ਸੇਵਾ ਕਿਹਨੇ ਕਰਨੀ, ਮੇਰੇ ਜਿੰਨਾ ਕੌਣ ਪੁੰਨ ਦਾਨ ਕਰ, ਦੂਸਰਿਆਂ ਦੀ ਨਿੰਦਿਆ ਸ਼ੁਰੂ ਕਰ ਦਿੰਦੇ। ਮਹਾਰਾਜ ਇਸ ਅਵਸਥਾ 'ਚ ਫਿਰ ਸਮਝਾਉਂਦੇ, ਫਰਮਾਉਂਦੇ ਤੀਰਥ ਵਰਤ ਔਰ ਨੇਮ ਕਰ ਮਨ ਮੇ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਬਈ ਜਿਵੇਂ ਉਹ ਕੁੰਚਰ ਹਾਥੀ ਦਾ ਇਸ਼ਨਾਨ ਕੀਤਾ ਹੋਇਆ ਨੇਫਲ ਹੀ ਚੱਲਾ ਗਿਆ, ਕਿਉਂਕਿ ਉਹਨੇ ਆਪਦੇ ਉੱਤੇ ਫਿਰ ਚਿੱਕੜ ਪਾ ਲਏ। ਹੁਣ ਇਸੇ ਤਰ੍ਹਾਂ ਹੀ ਜੀਵ ਦਾ ਕੀਤਾ ਹੋਇਆ ਤੀਰਥਾਂ 'ਤੇ ਜਾਣਾ, ਲੰਗਰ ਲਾਉਣੇ, ਸੇਵਾ ਕਰਨੀ, ਜੇ ਉਹਦੇ ਅੰਦਰੋਂ ਹੰਕਾਰ ਹੀ ਨਹੀਂ ਖਤਮ ਹੋਇਆ, ਹਉਮੈ ਹੀ ਨਹੀਂ ਗਈ, ਤੇ ਮਹਾਰਾਜ ਕਹਿੰਦੇ ਨੇਫਲ ਹੀ ਚਲਾ ਗਿਆ ਤੇਰਾ ਕੀਤਾ ਹੋਇਆ ਸਾਰਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਿਹੜੀ ਸੇਵਾ ਹੈ, ਜਿਹੜਾ ਪੁੰਨ ਦਾਨ ਹੈ, ਉਹ ਵੀ ਅਕਲ ਦੁਆਰਾ ਕੀਤਾ ਜਾਂਦਾ ਜੇ ਸਾਨੂੰ ਗਿਆਨ ਹੋਵੇ ਤਾਂ। ਜੇ ਸਾਨੂੰ ਗਿਆਨ ਨਹੀਂ, ਉਹ ਸਾਰਾ ਕੁਛ ਕੀਤਾ ਹੋਇਆ ਸਾਡੇ ਲਈ ਪਾਪ ਹੀ ਬਣ ਜਾਂਦਾ, ਉਹ ਦੁੱਖ ਦਾ ਕਾਰਨ ਹੀ ਬਣ ਜਾਂਦਾ। ਹੁਣ ਆਪਾਂ ਨੂੰ ਫਿਰ ਮਹਾਰਾਜ ਸਮਝਾਉਂਦੇ, ਕਹਿੰਦੇ ਵੀ ਅਕਲ ਜਿਹੜੀ ਗਿਆਨ, ਇਹ ਨਹੀਂ ਕਿਹਾ ਜਾਂਦਾ ਜਿਹਦੇ ਨਾਲ ਵਾਦ ਵਿਵਾਦ ਸ਼ੁਰੂ ਹੋ ਜਾਂਦਾ। ਫਰਮਾਉਂਦੇ ਅਕਲ ਇਹ ਨਾ ਆਖੀਏ ਅਕਲੀ ਗਵਾਈਏ ਬਾਤ, ਬਈ ਜਿਹਦੇ ਨਾਲ ਵਾਦ ਵਿਵਾਦ ਹੁੰਦਾ ਉਹਨੂੰ ਅਕਲ, ਉਹਨੂੰ ਗਿਆਨ ਨਹੀਂ ਕਹਿੰਦੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਅਕਲ ਦੁਆਰਾ, ਅਕਲ ਹੁੰਦੀ ਜੁਗਤੀ ਤਰੀਕਾ, ਗੁਰ ਹੁਨਰ ਕਹਿ ਲਓ, ਵੀ ਜਦ ਤੱਕ ਸਾਨੂੰ ਉਹ ਤਰੀਕਾ ਨਹੀਂ ਆਉਂਦਾ, ਸਾਨੂੰ ਗੁਰ ਨਹੀਂ ਆਉਂਦਾ, ਸਾਨੂੰ ਹੁਨਰ ਨਹੀਂ ਆਉਂਦਾ, ਸਾਨੂੰ ਜੁਗਤੀ ਨਹੀਂ ਆਉਂਦੀ, ਉਹਨਾਂ ਸਮਾਂ ਅਸੀਂ ਪੁੰਨ ਦਾਨ ਨਹੀਂ ਕਰ ਸਕਦੇ। ਮਹਾਰਾਜ ਫਿਰ ਦੱਸਦੇ, ਕਹਿੰਦੇ ਅਕਲੀ ਸਾਹਿਬ ਸੇਵੀਏ, ਵੀ ਜੇ ਸਾਨੂੰ ਅਕਲ ਆ, ਜੇ ਸਾਡੇ ਕੋਲ ਗੁਰ ਜੁਗਤੀ ਤਰੀਕਾ, ਫਿਰ ਉਹ ਜੁਗਤੀ ਦੁਆਰਾ ਅਸੀਂ ਮਾਲਕ ਨੂੰ ਸਿਮਰਨ, ਜਿਵੇਂ ਹੁਣ ਇਹ ਜੁਗਤੀ ਹੈ ਸਾਸ ਗਿਰਾ ਸਿਮਰਨ ਕਰਨ। ਫਿਰ ਮਹਾਰਾਜ ਕਹਿੰਦੇ ਅਕਲੀ ਪਾਈਏ ਮਾਣ, ਵੀ ਜੇ ਤੁਹਾਡੇ ਕੋਲ ਅਕਲ ਹੈ, ਜੁਗਤੀ ਹੈ, ਤੇ ਫਿਰ ਤੁਹਾਨੂੰ ਮਾਣ ਮਿਲੇਗਾ। ਮਾਣ ਕੀ ਤੋਂ? ਪਰਮਾਤਮਾ ਤੋਂ, ਨਿਰੰਕਾਰ ਤੋਂ, ਵਾਹਿਗੁਰੂ ਦੇ ਘਰ ਤੋਂ। ਫਿਰ ਕਹਿੰਦੇ ਤੁਸੀਂ ਅਕਲ ਦੁਆਰਾ, ਉਹ ਵਿਧੀ ਦੁਆਰਾ ਪੜ੍ਹ ਕੇ ਬੁੱਝਣਾ ਗੁਰਬਾਣੀ ਗੁਰੂ ਨੂੰ, ਅਕਲੀ ਪੜ੍ਹ ਕੇ ਬੁੱਝੀਏ। ਵੀ ਬੁੱਝਣਾ ਕੀ ਹੈ? ਬੁੱਝਣਾ ਅਸੀਂ ਨਾਮ ਨੂੰ, ਗਿਆਨ ਲੈਣਾ, ਜੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਕੀ ਸਮਝਾਉਂਦੇ। ਫਿਰ ਅਕਲ ਦੁਆਰਾ ਉਹ ਗਿਆਨ ਅੱਗੇ ਦੱਸਣਾ। ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਜੇ ਦਾਨ। ਬਈ ਜੇ ਤੁਸੀਂ ਪੜ੍ਹ ਕੇ ਬੁੱਝੋਗੇ, ਫਿਰ ਤੁਸੀਂ ਉਹ ਅੱਗੇ ਦੱਸੋਗੇ, ਇਹ ਦਾਨ। ਫਿਰ ਮਹਾਰਾਜ ਕਹਿੰਦੇ ਰਾਹ ਇਹੋ ਹੀ ਹੈ, ਕਹੇ ਨਾਨਕ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਵੀ ਇਹ ਰਾਹ ਹੈ ਪੁੰਨ ਦਾਨ ਦਾ, ਗੁਰੂ ਦੀ ਮੱਤ ਦੁਆਰਾ, ਗੁਰੂ ਤੋਂ ਗਿਆਨ ਲੈ ਕੇ, ਸੋਝੀ ਲੈ ਕੇ। ਜਿਹੜੀਆਂ ਬਾਕੀ ਸਾਡੀਆਂ ਗੱਲਾਂ ਸੰਸਾਰ ਦੀਆਂ, ਮਹਾਰਾਜ ਕਹਿੰਦੇ ਉਹ ਸ਼ੈਤਾਨ ਦੀਆਂ ਗੱਲਾਂ, ਕਿਉਂਕਿ ਉਹਨਾਂ ਦੇ ਵਿੱਚ ਵੈਰ ਵਿਰੋਧ ਹੈ, ਉਹਨਾਂ 'ਚ ਈਰਖਾ ਹੈ, ਨਫ਼ਰਤ ਹੈ, ਹਉਮੈ ਹੰਕਾਰ ਹੈ। ਹੁਣ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਪੁੰਨ ਦਾਨ ਕੀ ਹੁੰਦਾ। ਇੱਕ ਤਾਂ ਸੰਸਾਰ ਦਾ ਆਪਾਂ ਕਹਿੰਦੇ ਹਾਂ ਵੀ ਪੁੰਨ ਦਾਨ। ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਤੋਂ ਪੁੱਛਦੇ ਵੀ ਤੁਸੀਂ ਸਾਨੂੰ ਦੱਸੋ ਵੀ ਅਸੀਂ ਕਿਹੜਾ ਪੁੰਨ ਦਾਨ ਕਰੀਏ, ਵੀ ਜਿਹੜਾ ਸਾਡਾ ਕੀਤਾ ਹੋਇਆ ਪੁੰਨ ਦਾਨ ਪ੍ਰਵਾਨ ਹੋ ਜੇ, ਤੇ ਕਿੱਥੇ ਕਰੀਏ। ਜਿਵੇਂ ਬਹੁਤ ਸਾਰੇ ਜੀਵ ਸੰਸਾਰ 'ਚ, ਕਈ ਗੁਰਮੁਖ ਪੁੱਛਦੇ ਵੀ ਆਪਣਾ ਜਿਹੜਾ ਪੁੰਨ ਦਾਨ ਅਸੀਂ ਕਿੱਥੇ ਕਰੀਏ, ਵੀ ਕਿਹੜੀ ਜਗ੍ਹਾ ਚੰਗੀ ਹੈ, ਵੀ ਕਿੱਥੇ ਦਿੱਤਾ ਜਾਵੇ, ਵੀ ਤਾਂ ਕਿ ਸਾਡਾ ਉਹ ਪੁੰਨ ਦਾਨ ਜਿਹੜਾ ਹਰਿਆ ਹੋ ਜੇ, ਜਾਂ ਸਾਡਾ ਉਹ ਪ੍ਰਵਾਨ ਹੋ ਜੇ, ਦਿੱਤਾ ਹੋਏ। ਫਿਰ ਆਪਾਂ ਨੂੰ ਸਮਝਾਉਂਦੇ ਸਤਿਗੁਰੂ ਵੀ ਪਹਿਲਾਂ ਤੁਸੀਂ ਇਹ ਤਾਂ ਸਮਝੋ ਵੀ ਪੁੰਨ ਦਾਨ ਹੈ ਕੀ ਹੈ, ਤੇ ਕਰਨਾ ਕਿਵੇਂ। ਆਪਾਂ ਨੂੰ ਫਿਰ ਸਮਝਾਉਂਦੇ ਵੀ ਪੁੰਨ ਕੀ ਹੈ। ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਇਹ ਹੈ ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦੇ ਗੁਣ ਗਾਉਣੇ, ਵਾਹਿਗੁਰੂ ਦੇ ਗੁਣ ਗਾਉਣੇ। ਇਹ ਕਲਯੁਗ ਦੇ ਵਿੱਚ ਪੁੰਨ ਹੈ। ਫਰਮਾਉਂਦੇ ਨੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ।
ਵੀ ਪਰਮਾਤਮਾ ਦੇ ਗੁਣ ਗਾਉਣੇ, ਉਹਦਾ ਸਿਮਰਨ ਕਰਨਾ, ਇਹ ਪੁੰਨ ਹੈ। ਹੁਣ ਇਹ ਪੁੰਨ ਮਹਾਰਾਜ ਕਹਿੰਦੇ ਤੁਸੀਂ ਦਿਨ ਰਾਤ ਕਰਦੇ ਰਹੋ। ਵੀ ਇਹ ਪੁੰਨ ਵਾਸਤੇ ਆਪਾਂ ਕਿਸੇ ਤੋਂ ਕੁਛ ਲੈਣ ਥੋੜ੍ਹੀ ਜਾਣਾ। ਇਹ ਪੁੰਨ ਤਾਂ ਆਪਾਂ ਆਪ ਹੀ ਕਰ ਸਕਦੇ ਹਾਂ। ਸਿਮਰਨ ਕੀਤੀ ਚਲੋ ਤੇ ਪੁੰਨ ਹੀ ਪੁੰਨ ਹੈ। ਫਿਰ ਮਹਾਰਾਜ ਕਹਿੰਦੇ ਦਾਨ ਕੀ ਹੈ? ਦਾਨ ਇਹ ਹੈ ਵੀ ਜਿਹੜੇ ਭੁੱਲੇ ਭਟਕੇ ਜੀਵ ਨੇ, ਜਿਨ੍ਹਾਂ ਨੂੰ ਨਹੀਂ ਭੇਤ, ਨਹੀਂ ਸੋਝੀ, ਜਿਨ੍ਹਾਂ ਦਾ ਮਨ ਅਸ਼ਾਂਤ ਹੈ, ਜਿਨ੍ਹਾਂ ਦਾ ਮਨ ਦੁਖੀ ਹੋ ਰਿਹਾ, ਉਹਨਾਂ ਭੁੱਲੇ ਭਟਕਿਆਂ ਨੂੰ ਰਸਤਾ ਦੱਸਣਾ, ਉਹਨਾਂ ਨੂੰ ਸਿਮਰਨ ਕਰਾਉਣਾ, ਉਹਨਾਂ ਨੂੰ ਸਤ ਸੰਗਤ ਕਰਾਉਣੀ, ਉਹਨਾਂ ਨੂੰ ਘਰ ਦਾ ਗਿਆਨ ਦੇਣਾ, ਸੋਝੀ ਦੇਣੀ, ਇਹ ਮਹਾਰਾਜ ਕਹਿੰਦੇ ਇਹ ਦਾਨ ਹੈ। ਤੁਸੀਂ ਇੱਕ ਜੀਵ ਦੇ ਉੱਤੇ ਵੀ ਇਹ ਦਇਆ ਕੀਤੀ, ਦਾਨ ਕੀਤਾ ਵੀ ਉਹਦਾ ਮਨ ਅਸ਼ਾਂਤ ਸੀ, ਉਹਦਾ ਮਨ ਦੁਖੀ ਸੀ, ਤੁਸੀਂ ਉਹਨੂੰ ਸਿਮਰਨ ਕਰਨ 'ਤੇ ਲਾ ਦਿੱਤਾ, ਤੁਸੀਂ ਉਹਨੂੰ ਸਤ ਸੰਗਤ ਕਰਨ 'ਤੇ ਲਾ ਦਿੱਤਾ। ਇੱਕ ਜੀਵ ਨੇ ਵੀ ਆਪਣੇ ਆਖੇ 'ਤੇ ਕਹਿਣ 'ਤੇ ਲੱਗ ਗਿਆ ਅਤੇ ਸਮਝ ਲਓ ਵੀ ਆਪਾਂ ਨੂੰ 68 ਤੀਰਥਾਂ ਦਾ ਜਿਹੜਾ ਫਲ ਇਸ਼ਨਾਨ ਕਰਕੇ ਪ੍ਰਾਪਤ ਹੋਣਾ ਸੀ, ਆਪਾਂ ਨੂੰ ਘਰੇ ਬੈਠਿਆਂ ਨਹੀਂ ਉਹਦਾ ਫਲ ਸੀ ਜਿਹੜਾ ਉਹ ਪ੍ਰਾਪਤ ਹੋ ਗਿਆ। ਮਹਾਰਾਜ ਫਰਮਾਉਂਦੇ 68 ਤੀਰਥ ਸਗਲ ਪੁੰਨ ਜੀ ਦੇ ਅਪਰਵਾਨ। ਵੀ ਤੁਸੀਂ ਉਹ ਜੀਵ ਦੇ ਉੱਤੇ ਦਇਆ ਕੀਤੀ, ਮਨ ਦੇ ਉੱਤੇ ਦਇਆ ਕੀਤੀ, ਵੀ ਉਹਨੂੰ ਭੁੱਲੇ ਨੂੰ, ਅਸ਼ਾਂਤ ਮਨ ਨੂੰ ਤੁਸੀਂ ਸੁਖੀ ਕਰ ਦਿੱਤਾ। ਤੁਸੀਂ ਮਾਲਕ ਦੀ ਗੱਲ ਸੁਣਾ ਕੇ ਪਰਮਾਤਮਾ ਦੀ, ਉਹਦਾ ਜਿਹੜਾ ਮਨ ਕਿੱਥੇ ਕਲਪ ਰਿਹਾ ਸੀ ਅਤੇ ਉਹਦਾ ਮਨ ਸਹਿਜ ਵਿੱਚ ਆ ਗਿਆ, ਉਹਦੇ ਮਨ ਨੂੰ ਸ਼ਾਂਤੀ ਆਈ, ਸੁੱਖ ਮਿਲਿਆ। ਹੁਣ ਸਤਿਗੁਰੂ ਕਹਿੰਦੇ ਵੀ ਇਹ ਦਾਨ ਹੈ। ਹੁਣ ਇਹ ਦਾਨ ਅਸੀਂ ਤਾਂ ਹੀ ਕਰ ਸਕਦੇ ਜੇ ਸਾਨੂੰ ਆਪ ਨੂੰ ਗਿਆਨ ਹੋਏਗਾ। ਜੇ ਅਸੀਂ ਆਪ, ਸਾਡਾ ਮਨ ਨਾਮ ਦੇ ਨਾਲ ਜੁੜੇਗਾ, ਅਸੀਂ ਆਪ ਘਰ ਜਾਵਾਂਗੇ। ਜੇ ਸਾਡੇ ਪੱਲੇ ਖੁਦ ਦੇ ਧਨ ਹੋਏਗਾ ਫਿਰ ਹੀ ਆਪਾਂ ਦਾਨ ਕਰ ਸਕਦੇ। ਜਿਵੇਂ ਸੰਸਾਰ 'ਚ ਜੀਵ ਕਹਿੰਦਾ ਨਾ ਵੀ ਜੇ ਮੇਰੇ ਕੋਲ ਧਨ ਹੈ, ਪੈਸੇ ਹੈ, ਫਿਰ ਮੈਂ ਦਾਨ ਕਰ ਸਕਦਾ। ਜਿਹਦੇ ਕੋਲ ਆਪਦਾ ਹੀ ਧਨ ਨਹੀਂ ਤੇ ਉਹ ਦਾਨ ਵੀ ਕੀ ਕਰੂ। ਹੁਣ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਸਾਨੂੰ ਹੀ ਗਿਆਨ ਨਹੀਂ, ਆਪ ਨੂੰ, ਸਾਡਾ ਮਨ ਹੀ ਦੁਖੀ ਹੈ, ਅਸੀਂ ਆਪ ਹੀ ਅਸ਼ਾਂਤ ਹਾਂ। ਹੁਣ ਜਿਹੜਾ ਆਪ ਹੀ ਅਸ਼ਾਂਤ ਹੈ, ਆਪ ਹੀ ਦੁਖੀ ਹੈ, ਜਿਹਦੇ ਆਪਦੇ ਪੱਲੇ ਨਾਮ ਨਹੀਂ, ਉਹ ਦਾਨ ਨਹੀਂ ਕਰ ਸਕਦਾ। ਉਹ ਦਾਨ ਕਰੂਗੀ ਕਿਉਂਕਿ ਉਹ ਤਾਂ ਆਪ ਹੀ ਦੁਖੀ ਹੈ, ਉਹ ਤਾਂ ਆਪ ਹੀ ਅਸ਼ਾਂਤ ਹੈ। ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਪਹਿਲਾਂ ਆਪ ਸੰਗਤ ਕਰੋ। ਤੁਸੀਂ ਆਪ ਆਪਾਂ ਨੂੰ ਕਹਿੰਦੇ ਵੀ ਸਾਧੂਆਂ ਦੀ ਧੂੜੀ ਲਵੋ। ਜਦੋਂ ਅਸੀਂ ਸਾਧੂਆਂ ਦੀ ਧੂੜੀ ਲੈਂਦੇ, ਉਹ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ। ਧੂੜੀ ਕੀ ਹੁੰਦੀ? ਇੱਕ ਤਾਂ ਆਪਾਂ ਧੂੜੀ ਸਮਝਦੇ ਹਾਂ ਵੀ ਪੈਰਾਂ ਦੀ ਮਿੱਟੀ, ਇਹਨੂੰ ਧੂੜੀ ਨਹੀਂ ਕਹਿੰਦੀ। ਧੂੜੀ ਹੁੰਦੀ ਸਾਧੂਆਂ ਦੇ ਬਚਨ, ਸੰਤਾਂ ਦੇ ਬਚਨ, ਗੁਰਸਿੱਖਾਂ ਦੇ ਬਚਨ। ਉਹ ਬਚਨਾਂ ਦੀ ਧੂੜੀ ਸਾਡੇ ਮਨ 'ਤੇ ਪੈਂਦੀ। ਜਦੋਂ ਬਚਨਾਂ ਦੀ ਧੂੜੀ ਸਾਡੇ ਮਨ 'ਤੇ ਪੈਂਦੀ ਅਤੇ ਸਾਡੇ ਮਨ ਦੇ ਉੱਤੋਂ ਮੈਲ ਲੈਂਦੀ, ਜਿਹੜਾ ਸਾਡਾ ਮਨ 'ਤੇ ਮੈਲ ਚੜ੍ਹੀ ਹੁੰਦੀ, ਉਹ ਮੈਲ ਉਤਰ ਜਾਂਦੀ। ਮਹਾਰਾਜ ਕਹਿੰਦੇ ਵੀ ਫਿਰ ਤੁਸੀਂ ਆਪ ਸਿਮਰਨ ਕਰੋ, ਆਪ ਤੁਸੀਂ ਧੂੜੀ ਲਵੋ ਅਤੇ ਨਾਮ ਤੱਕ ਪਹੁੰਚੋ, ਨਾਮ ਨੂੰ ਸੁਣੋ ਅਤੇ ਫਿਰ ਅੱਗੇ ਦਾਨ ਕਰੋ। ਫਰਮਾਉਂਦੇ ਨੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਹੁਣ ਜਦੋਂ ਅਸੀਂ ਇਹ ਦਾਨ ਕਰਾਂਗੇ, ਇਹ ਦਾਨ ਕਰਨ ਦਾ ਸਾਨੂੰ ਲਾਭ ਕੀ ਹੋਣਾ, ਸਾਨੂੰ ਲਾਹਾ ਕੀ ਮਿਲਣਾ। ਸੰਸਾਰੀ ਜਿਵੇਂ ਪੁੰਨ ਦਾਨ ਕਰਕੇ ਤਾਂ ਜੀਵ ਦੇ ਅੰਦਰ ਘਮਾਣ ਆਉਂਦਾ, ਹਉਮੈ ਆਉਂਦੀ। ਜਦੋਂ ਅਸੀਂ ਇਹ ਪੁੰਨ ਦਾਨ ਕਰਾਂਗੇ, ਇਹਦੇ ਨਾਲ ਸਾਡੇ ਅੰਦਰੋਂ ਘਮਾਣ ਖਤਮ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਘਮਾਣ ਚਲਿਆ ਜਾਣਾ। ਸੋ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਪੁੰਨ ਦਾਨ ਫਿਰ ਅਸੀਂ ਅੱਗੇ ਕਰਨਾ। ਇਹਦੇ ਨਾਲ ਫਿਰ ਸਾਨੂੰ ਇਹ ਲਾਭ ਹੋਣਾ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸਮਾਨ, ਵੀ ਸਾਡੇ ਅੰਦਰੋਂ ਇਹ ਵੀ ਖਤਮ ਹੋ ਜਾਣੇ। ਫਿਰ ਜਦੋਂ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ, ਸੱਚ ਦੇ ਭਗਤੀ ਦੇ ਮਾਰਗ 'ਤੇ, ਫਿਰ ਇਹ ਜਹਾਨ ਹੈ ਜਿਹੜਾ ਇਹ ਉਸਤਤ ਕਰਦਾ। ਜਹਾਨ ਕੀ? ਇਹ ਜਿਹੜਾ ਸਰੀਰ ਹੈ ਇਹ ਆਪਣਾ ਜਹਾਨ ਹੈ।
ਇਹਨੂੰ ਦੇਸ਼ ਕਹਿੰਦੇ। ਫਿਰ ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਹ ਜਿਹੜਾ ਹੁਣ ਸਰੀਰ ਹੈ ਕਾਇਆ, ਇਹਨੂੰ ਨਗਰੀ ਕਹਿੰਦੇ, ਤੇ ਜਿਹੜਾ ਮਨ ਹੈ ਇਹ ਨਗਰੀ ਦਾ ਰਾਜਾ ਹੈ। ਕਾਇਆ ਨਗਰੀ, ਇਹ ਮਨ ਰਾਜਾ। ਹੁਣ ਰਾਜਾ ਜੇ ਆਪ ਹੀ ਦੁਖੀ ਹੈ, ਆਪ ਹੀ ਅਸ਼ਾਂਤ ਹੈ, ਤੇ ਪ੍ਰਜਾ ਕਿੱਥੋਂ ਸੁਖੀ ਹੋਏਗੀ? ਜਿਸ ਦੇਸ਼ ਦਾ ਰਾਜਾ ਹੀ ਦੁਖੀ ਹੋਵੇ ਤੇ ਪ੍ਰਜਾ ਤਾਂ ਸੁਖੀ ਹੋ ਹੀ ਨਹੀਂ ਸਕਦੀ। ਪ੍ਰਜਾ ਨੇ ਤਾਂ ਆਪ ਹੀ ਦੁਖੀ ਰਹਿਣਾ। ਹੁਣ ਇਹਦੇ ਵਿੱਚ ਕਰੋੜਾਂ ਜੀਵ ਵਸਦੇ, ਜਿਹੜੀ ਇਹ ਰਾਜੇ ਦੀ ਪ੍ਰਜਾ ਹੈ, ਲੱਖਾਂ ਜੀਵ ਵਸਦੇ ਨੇ। ਹੁਣ ਜੇ ਮਨ ਰਾਜਾ ਜਾਗੇਗਾ, ਫਿਰ ਜਾ ਕੇ ਹਲੀਮੀ ਰਾਜ ਕਰਦਾ, ਫਿਰ ਇਹ ਖਾਲਸਾ ਰਾਜ ਕਰਦਾ। ਫਿਰ ਕਹਿੰਦੇ ਖਾਲਸੇ ਦਾ ਰਾਜ। ਜਿਵੇਂ ਇੱਕ ਤਾਂ ਆਪਾਂ ਸੰਸਾਰ 'ਚ ਸੁਣਦੇ ਹਾਂ ਨਾ ਵੀ ਖਾਲਸਾ ਰਾਜ ਚਾਹੀਦਾ ਜੀ। ਖਾਲਸੇ ਨੇ ਰਾਜ ਕਿੱਥੇ ਕਰਨਾ? ਕਿਹਨੂੰ ਰਾਜ ਚਾਹੀਦਾ? ਖਾਲਸੇ ਨੇ ਕੋਈ ਇਹ ਨਹੀਂ ਵੀ ਅਸੀਂ ਸੰਸਾਰ 'ਚ ਬਾਹਰ ਰਾਜ ਕਰਨਾ ਹੈ। ਖਾਲਸਾ ਰਾਜ ਤਾਂ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਹੀ ਹੈ। ਖਾਲਸਾ ਰਾਜ ਕਰਨਾ ਇਸ ਦੇਸ਼ ਦੇ ਉੱਤੇ। ਇਹ ਜਿਹੜਾ ਸਰੀਰ ਹੈ ਇਹਦੇ ਉੱਤੇ ਖਾਲਸੇ ਨੇ ਰਾਜ ਕਰਨਾ। ਜਦੋਂ ਖਾਲਸੇ ਦਾ ਰਾਜ ਆਉਂਦਾ ਤੇ ਫਿਰ ਸਾਰੀ ਪ੍ਰਜਾ ਜਿਹੜੀ, ਉਹ ਫਿਰ ਸਾਰਾ ਜਹਾਨ ਜਿਹੜਾ ਉਸਤਤ ਕਰਦਾ ਰਾਜੇ ਦੀ, ਵੀ ਸਾਡਾ ਜਿਹੜਾ ਰਾਜਾ ਹੈ ਉਹ ਬੜਾ ਨੇਕ ਹੈ। ਸਾਡਾ ਜਿਹੜਾ ਰਾਜਾ ਉਹ ਮਾਲਕ ਦਾ ਹੀ ਰੂਪ ਹੈ। ਸਾਡੇ ਰਾਜੇ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ ਹੈ। ਤੇ ਜਦੋਂ ਰਾਜਾ ਮਨ ਸੁੱਤਾ ਹੁੰਦਾ, ਉਦੋਂ ਫਿਰ ਰਾਜ ਜਿਹੜਾ ਉਹ ਕਿਹਨਾਂ ਦਾ ਹੁੰਦਾ? ਉਦੋਂ ਕੂੜ ਦਾ ਰਾਜ ਚੱਲਦਾ। ਉਦੋਂ ਫਿਰ ਇਹਨਾਂ ਪੰਜਾਂ ਦਾ ਰਾਜ ਚੱਲਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਜਦੋਂ ਇਹਨਾਂ ਦਾ ਰਾਜ ਹੁੰਦਾ, ਉਦੋਂ ਫਿਰ ਸਤਿਗੁਰੂ ਕਹਿੰਦੇ ਵੀ ਕੂੜ ਦਾ ਰਾਜ। ਕੂੜ ਦੇ ਰਾਜ ਦੇ ਵਿੱਚ ਫਿਰ ਕੀ ਕੁਝ ਚੱਲਦਾ? ਜੋ ਮਹਾਰਾਜ ਦੱਸਦੇ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਫਿਰ ਇਹ ਕੂੜ ਦੇ ਰਾਜ ਦੇ ਵਿੱਚ ਫਿਰ ਕੂੜ ਦੇ ਨਾਲ ਹੀ ਜੀਵ ਦਾ ਪਿਆਰ ਪੈ ਜਾਂਦਾ। ਪਰਮਾਤਮਾ ਜੋ ਸੱਚ, ਕੂੜ ਦੇ ਰਾਜ ਦੇ ਵਿੱਚ ਫਿਰ ਸੱਚ ਨਹੀਂ ਚੇਤੇ ਆਉਂਦਾ, ਪਰਮਾਤਮਾ ਨਹੀਂ ਚੇਤੇ ਰਹਿੰਦਾ। ਕੂੜ ਦੇ ਰਾਜ ਦੇ ਵਿੱਚ ਫਿਰ ਦੁੱਖ ਹੀ ਦੁੱਖ, ਸ਼ਾਂਤੀ ਹੀ ਸ਼ਾਂਤੀ ਹੁੰਦੀ। ਫਿਰ ਮਹਾਰਾਜ ਦੱਸਦੇ ਵੀ ਕੂੜ ਕੀ ਹੈ। ਫਿਰ ਸਾਨੂੰ ਦੱਸਦੇ ਵੀ ਨਾਮ ਤੋਂ ਬਿਨਾਂ, ਸੱਚ ਤੋਂ ਬਿਨਾਂ ਸਾਰਾ ਕੁਛ ਕੂੜ ਹੀ ਕੂੜ। ਜਿੰਨਾ ਵੀ ਪਸਾਰਾ ਫਿਰ ਇਹ ਸਾਰਾ ਕੂੜ ਦਾ ਹੀ ਵਰਤਦਾ। ਹਾਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਫਿਰ ਇਹ ਪਸਾਰਾ ਜਿਹੜਾ ਇਹ ਜਦੋਂ ਕੂੜ ਦੇ ਨਾਲ ਜੁੜ ਜਾਂਦਾ, ਫਿਰ ਕਿਹਦੇ ਨਾਲ ਜੁੜਦਾ? ਇਹ ਜਿਹੜਾ ਸਰੀਰ, ਸਭ ਤੋਂ ਪਹਿਲਾਂ ਤਾਂ ਇਹ ਸਰੀਰ ਕੂੜ। ਫਿਰ ਇਹਦੇ 'ਤੇ ਜਿਹੜਾ ਕੱਪੜਾ ਪਹਿਨਦਾ, ਕੱਪੜਾ ਕੂੜ। ਕੂੜ ਕਾਇਆ, ਕੂੜ ਕੱਪੜ, ਵੀ ਜਿਹੜਾ ਕੱਪੜਾ ਪਾ ਲਿਆ, ਫਿਰ ਇਹ 'ਤੇ ਸੋਨਾ ਚਾਂਦੀ ਪਹਿਨਦਾ। ਫਿਰ ਮਹਾਰਾਜ ਕਹਿੰਦੇ ਉਹ ਵੀ ਕੂੜ। ਫਿਰ ਸਤਿਗੁਰੂ ਕਹਿੰਦੇ ਵੀ ਕੂੜ ਦਾ ਕੂੜ ਦੇ ਨਾਲ ਪਿਆਰ ਪੈ ਜਾਂਦਾ, ਤੇ ਜਿਹੜਾ ਕਰਤਾਰ ਪਰਮਾਤਮਾ ਉਹ ਵਿਸਰ ਜਾਂਦਾ। ਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਕੂੜ ਦੇ ਵਿੱਚ ਕਿਹਦੇ ਨਾਲ ਤੁਸੀਂ ਦੋਸਤੀ ਕਰੋਗੇ? ਕਿਉਂਕਿ ਤਾਂ ਕੂੜ ਤਾਂ ਸਾਰਾ ਕੁਛ ਹੀ ਨਾਸਵਾਨ ਹੈ, ਸਾਰਾ ਕੁਛ ਹੀ ਮਿਥਿਆ ਹੋਇਆ। ਮਹਾਰਾਜ ਇਸ ਲਈ ਫਿਰ ਸਮਝਾਉਂਦੇ, ਕਹਿੰਦੇ ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਵੀ ਕੂੜ ਦੇ ਵਿੱਚ ਮੀਆਂ ਬੀਬੀ, ਉਹਨਾਂ ਦਾ ਵੀ ਕੂੜ ਦਾ ਹੀ ਪਿਆਰ। ਕੂੜ ਕੂੜੋਂ ਨੇਹੋ ਲੱਗਾ ਵਿਸਰਿਆ ਕਰਤਾਰ। ਕੂੜ ਦਾ ਕੂੜ ਦੇ ਨਾਲ ਹੀ ਪਿਆਰ ਪੈ ਗਿਆ ਤੇ ਮਾਲਕ ਵਿਸਰ ਗਿਆ ਪਰਮਾਤਮਾ। ਫਿਰ ਮਹਾਰਾਜ ਕਹਿੰਦੇ ਕਿਸ ਨਾਲ ਕੀਜੇ ਦੋਸਤੀ, ਸਭ ਜਗ ਚੱਲਣਹਾਰ। ਵੀ ਇੱਥੇ ਕਿਹਦੇ ਨਾਲ ਤੁਸੀਂ ਦੋਸਤੀ ਕਰੋਗੇ? ਤਾਂ ਸਾਰਾ ਕੁਛ ਹੀ ਨਾਸਵਾਨ ਹੈ, ਸਾਰਾ ਕੁਛ ਹੀ ਮਿਥਿਆ ਹੋਇਆ। ਫਿਰ ਮਹਾਰਾਜ ਕਹਿੰਦੇ ਪਰਮਾਤਮਾ ਤੋਂ ਬਿਨਾਂ ਕੂੜ ਹੈ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਬਖਾਣੇ ਬੇਨਤੀ ਤੋਂ ਦਵਾਂਝ ਸਭ ਕੂੜੋ ਕੂੜ। ਹੁਣ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਤਾਂ ਮਨ ਸੁੱਤਾ ਹੁੰਦਾ, ਉਦੋਂ ਫਿਰ ਇਹ ਕੂੜ ਦਾ ਰਾਜ ਚੱਲਦਾ, ਤੇ ਕੂੜ ਦਾ ਕੂੜ ਦੇ ਨਾਲ ਹੀ ਪਿਆਰ ਪਿਆ ਹੁੰਦਾ। ਹੁਣ ਜਦੋਂ ਮਨ ਜਾਗੇਗਾ, ਫਿਰ ਖਾਲਸਾ ਰਾਜ ਆ ਜਾਂਦਾ।
फिर उदों कहते हलीमी राज, खालसे का राज। जदों खालसे का राज हुंदा फिर सारी नगरी जिहड़ी वो खालसा फिर इनू अमर कर दिंदा। फिर वो आप दा खालसा अमर हुंदा ही है, सारी नगरी नूं मुक्त करा के लै जांदा, तो सारे देश नूं मुक्त करा के लै जांदा। और इस वास्ते फिर आपां नूं समझाउंदे, मानो कहंदे भी तू सुता ना रहे, भरम च ना रहे, तू जाग, ते तू जाके घर आ ते तू आपदा राज साਂभ, तैनूं तां राजा बनाया मालक ने, सानूं तां पहिलां ही उन्हें खालसा राज तां दिता ही होया मालक ने। पर असीं नखालस हो चुके हैं, असीं खालसे नहीं रहे। हुण असीं नखालस होए होए भारत दे खालसा राज बाहर संसार दे विच, ते बाहर हुण आपां सोचीए भी एक परिवार दे मैंबर ने, चार जीव ने, वो नहीं एक दूसरे दे आखे लगदे, वो नहीं कहना मंनदे, उन्हां दे विचार वक्को वक्रे ने, ते सारिਆਂ ਦੇ विचार एक कित्थों हो जाणगे, सारे कित्थों इकट्ठे हो जाणगे। सो आपां नूं फिर इसलिए समझाउंदे भी खालसे ने किते बाहर नहीं राज करना, खालसे ने इस देश के उत्ते राज करना, जिहड़ा इह शरीर है नगरी। जदों फिर असीं इस मार्ग के उत्ते चलांगे, सच दे ते पुन्न दान करांगे, जो गुरबाणी गुरु च दस्से है, फिर ये सारा जहान, सारी जिहड़ी प्रजा फिर ये राजे की उस्तत करती। इस अवस्था च महाराज कहते सच्चे मार्ग चलदियां उस्तत करे जहान। हुण किवें आपां इस सच दे मार्ग दे उत्ते चलना, उहदे वास्ते सतगुरु आपां नूं इस आस गिरा सिमरन अभ्यास करन नूं कह रहे। आओ हुण इस मार्ग दे उत्ते चलण वास्ते ये आपां अभ्यास करना। आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਹੁਣ ਆਪਾਂ ਵੱਧ ਤੋਂ ਵੱਧ ਪੁੰਨ ਕਰਨਾ, ਇਹ ਪਰਮਾਤਮਾ ਦਾ ਸਿਮਰਨ ਕਰਨਾ, ਉਹਦੇ ਗੁਣ ਗਾਉਣੇ, ਇਹ ਪੁੰਨ ਹੈ। ਨਾਲ ਨਾਲ ਆਪਾਂ ਦਾਨ ਕਰਨਾ। ਹੁਣ ਜਿਵੇਂ ਆਪਾਂ ਗੁਰੂ ਘਰ ਆਏ, ਇੱਥੇ ਸੰਗਤ ਕੀਤੀ, ਇੱਥੇ ਜੋ ਆਪਾਂ ਨੂੰ ਸਤਿਗੁਰਾਂ ਨੇ ਗਿਆਨ ਦਿੱਤਾ, ਜਿੰਨਾ ਕੁ ਆਪਾਂ ਨੂੰ ਸਮਝ ਲੱਗੀ, ਇਹ ਫਿਰ ਪ੍ਰਸ਼ਾਦ ਆਪਾਂ ਘਰੇ ਜਾ ਕੇ ਦੇਣਾ, ਵਰਤਾਉਣਾ। ਇਹ ਆਪਾਂ ਇੱਥੇ ਆ ਕੇ ਗੁਰੂ ਘਰ ਪ੍ਰਸ਼ਾਦ ਲੈਣਾ ਸੀ, ਫਿਰ ਇਹ ਪ੍ਰਸ਼ਾਦ ਅਸੀਂ ਆਪਦੇ ਘਰਾਂ 'ਚ ਜਾ ਕੇ ਵਰਤਾਉਣਾ ਸੀ, ਜਿਹਦੇ ਨਾਲ ਜਿਹੜਾ ਵੀ ਛਕਦਾ ਉਹਦੇ ਮਨ ਨੂੰ ਸ਼ਾਂਤੀ ਆਉਂਦੀ, ਉਹਦੇ ਮਨ ਨੂੰ ਸੁੱਖ ਮਿਲਦਾ। ਔਰ ਇਸ ਵਾਸਤੇ ਫਿਰ ਇਹ ਆਪਾਂ ਦਾਨ ਕਰਨਾ, ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਉਹਨਾਂ ਕੁ ਫਿਰ ਆਪਾਂ ਆਪਦੇ ਪਰਿਵਾਰ ਤੋਂ ਹੀ, ਪਹਿਲਾਂ ਘਰ ਤੋਂ ਹੀ ਸ਼ੁਰੂ ਕਰਨਾ, ਵੀ ਉਹਨੂੰ ਦੱਸਣਾ। ਜਿਉਂ ਅਸੀਂ ਦੱਸਾਂਗੇ, ਨਾਲੇ ਤਾਂ ਸਾਨੂੰ ਸੁੱਖ ਮਿਲੇਗਾ, ਨਾਲੇ ਜਿਹੜਾ ਅੱਗੇ ਸੁਣੇਗਾ ਉਹਨੂੰ ਸੁੱਖ ਮਿਲੇਗਾ, ਉਹਦੇ ਮਨ ਨੂੰ ਸ਼ਾਂਤੀ ਆਏਗੀ। ਔਰ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਆਪਾਂ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਜਿੰਨੀ ਕੁ ਆਪਾਂ ਨੂੰ ਸਮਝ ਲੱਗਦੀ ਅੱਗੇ ਦੱਸਣਾ। ਆਪਾਂ ਆਪਸ ਵਿੱਚ ਵਿਚਾਰ ਕਰਨੀ ਹੁੰਦੀ, ਜਦੋਂ ਆਪਾਂ ਇਕੱਠੇ ਹੁੰਦੇ, ਇੱਕ ਦੂਸਰੇ ਨਾਲ ਵਿਚਾਰ ਕਰਿਆ ਕਰ। ਸੰਸਾਰ ਦੀ ਗੱਲ ਨਹੀਂ ਕਰਨੀ, ਸੰਸਾਰ ਦੀ ਤਾਂ ਕਰੀ ਜਾਂਦੇ, ਸੰਸਾਰੀ ਜੀਵ ਬਥੇਰੀਆਂ ਕਰੀ ਜਾਂਦੇ। ਜਦੋਂ ਆਪਾਂ ਇਕੱਠੇ ਹੋਣਾ, ਉਦੋਂ ਆਪਾਂ ਸ਼ਬਦ ਦੀ ਵਿਚਾਰ ਕਰਨੀ। ਸਾਂਝ ਹੈ ਜਿਹੜੀ ਆਪਾਂ ਗੁਣਾਂ ਦੀ ਪਾਉਣੀ, ਨਾ ਕਿ ਔਗੁਣਾਂ ਦੀ। ਮਹਾਰਾਜ ਫਰਮਾਉਂਦੇ, ਸਾਂਝ ਕੀਜੇ ਗੁਣਾ ਕੇਰੀ ਛੋੜ ਔਗੁਣ ਚੱਲੀਏ। ਵੀ ਜਦੋਂ ਇਕੱਠੇ ਹੋਣਾ, ਗੁਣਾਂ ਦੀ ਸਾਂਝ ਪਾਉਣੀ, ਨਾ ਕਿ ਔਗੁਣਾਂ ਦੀ। ਸੰਸਾਰੀ ਜੀਵ ਕੀ ਕਰਦੇ, ਜਦੋਂ ਇਕੱਠੇ ਹੁੰਦੇ ਔਗੁਣਾਂ ਦੀ ਸਾਂਝ ਪਾਉਂਦੇ। ਕੌਣ ਕੀ ਕਰਦਾ, ਕਿਹਦੇ ਘਰੇ ਕੀ ਹੋ ਰਿਹਾ, ਕੌਣ ਕੀ ਕਰ ਰਿਹਾ, ਆਪਾਂ ਕੀ ਲੈਣਾ। ਵੀ ਆਪਾਂ ਕਿਸੇ ਦੇ ਘਰ ਤੋਂ ਕੀ ਲੈਣਾ, ਆਪਾਂ ਆਪਦਾ ਆਪਾਂ ਸਵਾਰੀ, ਵੀ ਆਪਾਂ ਆਪਦੇ ਆਪ ਨੂੰ ਤਾਂ ਠੀਕ ਕਰੀਏ ਨਾ, ਵੀ ਸਾਡਾ ਮਨ ਕਿਵੇਂ ਠੀਕ ਹੋਵੇ। ਹੁਣ ਕਿਸੇ ਦੇ ਔਗਣ ਦੇਖ ਕੇ, ਕਿਸੇ ਦੇ ਔਗਣ ਫਰੋਲ ਕੇ ਅਸੀਂ ਸੁਖੀ ਨਹੀਂ ਹੋ ਸਕਦੇ। ਜੇ ਅਸੀਂ ਆਖੀਏ ਵੀ ਉਹ ਚੀਜ਼ ਕਰਕੇ ਸਾਨੂੰ ਬੜੀ ਸ਼ਾਂਤੀ ਆਏਗੀ, ਬੜਾ ਸਾਨੂੰ ਸੁੱਖ ਮਿਲੇਗਾ, ਉਹਦੇ ਨਾਲ ਤਾਂ ਅਸੀਂ ਹੋਰ ਦੁਖੀ ਹੋਵਾਂਗੇ, ਸਾਡਾ ਮਨ ਹੋਰ ਅਸ਼ਾਂਤ ਹੋ ਜਾਏਗਾ। ਔਰ ਇਸ ਵਾਸਤੇ ਮਹਾਰਾਜ ਸਾਨੂੰ ਕਹਿੰਦੇ ਵੀ ਤੁਸੀਂ ਜਦੋਂ ਇਕੱਠੇ ਹੁੰਦੇ, ਤੁਸੀਂ ਸ਼ਬਦ ਦੀ ਵਿਚਾਰ ਕਰੋ, ਗੁਰਬਾਣੀ ਗੁਰੂ ਦੀ ਵਿਚਾਰ ਕਰੋ, ਮਾਲਕ ਦੇ ਗੁਣ ਗਾਓ, ਉਹਦਾ ਸਿਮਰਨ ਕਰੋ। ਸੰਸਾਰ ਦੀ ਗੱਲ ਉਨੀ ਕੁ ਕਰੋ ਵੀ ਜਿਹਦੇ ਬਿਨਾਂ ਸਾਡਾ ਸਰਦਾ ਨਹੀਂ, ਜ਼ਰੂਰੀ ਉਹ ਉਨੀ ਕੁ ਕਰ ਲਓ। ਬਾਕੀ ਆਪ ਦਾ ਅਭਿਆਸ ਕਰਦੇ ਰਹੋ, ਅਤੇ ਸ਼ਬਦ ਦੀ ਵਿਚਾਰ ਚਾਹੇ ਦਿਨ ਰਾਤ ਕਰਦੇ ਰਹੋ। ਔਰ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨਾ। ਜਿੰਨੀ ਆਪਾਂ ਸੰਗਤ ਕਰਾਂਗੇ, ਓਨਾ ਹੀ ਸਾਨੂੰ ਲਾਭ ਹੋਣਾ, ਫਿਰ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣੀ। ਜਿਵੇਂ ਹੁਣ ਬੱਚਾ ਸਕੂਲ ਜਾਂਦਾ, ਜੇ ਆਪਾਂ ਆਖੀਏ ਉਹਨੂੰ ਇੱਕ ਦਿਨ 'ਚ ਹੀ ਸਮਝ ਆ ਜੀ, ਅਤੇ ਉਹਨੂੰ ਨਹੀਂ ਸਮਝ ਆਉਂਦੀ, ਫਿਰ ਵੀ ਆਪਾਂ ਨੂੰ ਭੇਜਦੇ ਹਾਂ, ਕਿੰਨੇ ਸਾਲ ਉਹ ਪੜ੍ਹਦਾ ਰਹਿੰਦਾ, ਫਿਰ ਉਹਨੂੰ ਪੜ੍ਹਾਈ ਆਉਣ ਲੱਗਦੀ। ਹੁਣ ਇਹ ਵੀ ਇੱਕ ਪੜ੍ਹਾਈ ਹੈ, ਬ੍ਰਹਮ ਦਾ ਗਿਆਨ ਹੈ, ਬ੍ਰਹਮ ਵਿਦਿਆ। ਜੇ ਅਸੀਂ ਆਖੀਏ ਵੀ ਸਤਸੰਗ ਤੋਂ ਬਿਨਾਂ ਅਸੀਂ ਆਪਦੇ ਆਪ ਹੀ ਪੜ੍ਹ ਲਾਂਗੇ, ਸਾਨੂੰ ਸਮਝ ਲੱਗ ਜਾਏਗੀ, ਸਾਨੂੰ ਨਹੀਂ ਸਮਝ ਲੱਗਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਤਸੰਗਤ ਸਤਿਗੁਰ ਦਾ ਸਕੂਲ ਹੈ। ਜਿੰਨਾ ਅਸੀਂ ਸਕੂਲ ਚਾਹਾਂਗੇ, ਓਨਾ ਹੀ ਸਾਨੂੰ ਵਿਦਿਆ ਆਏਗੀ, ਅਤੇ ਓਨਾ ਹੀ ਫਿਰ ਸਾਨੂੰ ਜਿੰਨਾ ਗਿਆਨ ਹੋਏਗਾ, ਅਸੀਂ ਸੁਖੀ ਹੋ ਜਾਵਾਂਗੇ। ਬਾਕੀ ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ, ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ,
ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ ਤੇ ਆਪਣੀ ਪ੍ਰੀਤ ਜਿਹੜੀ ਉਹ ਇੱਕ ਨਾਲ ਪੈ ਜੇ। ਤਾਂਹੀਓ ਬਾਬਾ ਕਬੀਰ ਜੀ ਕਹਿੰਦੇ ਵੀ ਜੇ ਤਾਂ ਇੱਕ ਨਾਲ ਪ੍ਰੀਤ ਪੈ ਗਈ ਫਿਰ ਤਾਂ ਸਾਡੇ ਅੰਦਰੋਂ ਦੁਬਦਾ ਖਤਮ ਹੋ ਜਾਣੀ। ਜੇ ਹੁਣ ਇੱਕ ਦੇ ਨਾਲ ਨਹੀਂ ਪ੍ਰੀਤ ਪੈਂਦੀ, ਨਹੀਂ ਇੱਕ ਨਾਲ ਜੁੜਦੇ, ਫਿਰ ਬਾਹਰੀ ਚਾਹੇ ਕੋਈ ਜਿੰਨੇ ਮਰਜ਼ੀ ਲੰਮੇ ਕੇਸ ਕਰ ਲੇ, ਚਾਹੇ ਕੋਈ ਜਟਾਂ ਵਧਾ ਲੇ ਤੇ ਚਾਹੇ ਕੋਈ ਬਿਲਕੁਲ ਘਰੜ ਕਰ ਲੇ, ਤੇ ਉਹਨੇ ਰਹਿਣਾ ਦੁਬਦਾ 'ਚ। ਇਸ ਲਈ ਮਹਾਰਾਜ ਫਰਮਾਉਂਦੇ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਣ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੰਡਾਏ। ਵੀ ਜੇ ਤਾਂ ਇੱਕ ਨਾਲ ਪ੍ਰੀਤ ਦੁਬਦਾ ਖਤਮ ਹੋਏਗੀ, ਨਹੀਂ ਤਾਂ ਫਿਰ ਉਹ ਦੁਬਦਾ ਵਧੀ ਜਾਣੀ ਅੱਗੇ ਦੀ। ਔਰ ਇਸ ਵਾਸਤੇ ਆਪਾਂ ਸਾਰਿਆਂ ਨੇ ਇੱਕ ਦਾ ਸਿਮਰਨ ਕਰਨਾ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ